ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਤਾਂ ਮੈਂ ਹੱਸ ਜਾਵਾਂ ਪੀ। ਵੇਖੋ ਗੀਤ ਲਿਖਣ ਵਾਲੇ ਨੇ ਕਿੰਨਾ ਬਾਕਮਾਲ ਲਿਖਿਆ। 1320 ਮੀਟਰ ਪੈ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਕਰਿਆ ਕਰਾਂਗੇ ਚਰਚਾ ਚੀਰ ਫਾੜ ਗੀਤਾਂ ਦੀ ਵੀ ਤੇ ਰਾਜਨੀਤੀ ਤੇ ਕਰਦੇ ਦੇਵ ਤਰੀਕੇ ਵਾਲਾ ਕਮਾਲ ਕਰਦਾ ਸੀ, ਨਿਚੋੜ ਕਰ ਦਿੰਦੇ ਸੀ ਗੀਤਾਂ ਦੇ ਵਿੱਚ। ਕਾਲਰ ਨੇ ਮੇਰੇ ਨਾਲ ਵੌਇਸ ਆਫ ਸਿਟੀ 3020 AM ਵੈਲਕਮ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਚਾਵਲਾ ਜੀ। ਹਾਂ ਜੀ ਹਾਂਜੀ ਹਾਂਜੀ ਬੱਚੇ ਦੱਸੋ ਕੀ ਕੁਐਸਚਨ ਆ? ਚਾਵਲਾ ਜੀ ਪ੍ਰੋਗਰਾਮ ਦਾ ਰਾਤ ਨੂੰ ਪ੍ਰੋਗਰਾਮ ਚੇਂਜ ਲੈ ਕੇ ਆਣੇ ਆ? ਲੈਵਾਂਗੇ ਜਦੋਂ ਤੂੰ ਕਹੇਂਗਾ ਉਦਾਂ ਕਰ ਲਾਂਗੇ। ਠੀਕ ਹੈ, ਥੈਂਕ ਯੂ। ਸਤਿ ਸ੍ਰੀ ਅਕਾਲ ਬਾਏ। ਇਹ ਛੋਟਾ ਜਿਹਾ ਇੱਕ ਬੱਚਾ ਜੀ ਸਾਰੇ ਰੇਡੀਓ ਸਟੇਸ਼ਨ ਵਾਲਿਆਂ ਨੂੰ ਫੋਨ ਕਰਦਾ ਰਹਿੰਦਾ, ਤੁਹਾਡਾ ਸਮਾਂ ਕਿਵੇਂ ਵਧਣਾ, ਹੋਰ ਵਧਾਓ ਸਮਾਂ, ਹੋਰ ਵਧਾਓ ਸਮਾਂ। ਹੁਣ ਤਬਦੀਲੀ ਲੈ ਕੇ ਆ ਰਹੇ। ਖੈਰ ਨਹੀਂ ਵੇ ਰਾਤ ਦੇ ਸ਼ੋਅ ਦੇ ਵਿੱਚ ਜ਼ਰੂਰ ਡੈਫੀਨੇਟਲੀ ਬਈ 7 ਘੰਟੇ ਦਾ ਸ਼ੋਅ ਪੂਰੀ ਮਿਹਨਤ ਨਾਲ ਤਿਆਰ ਕਰਨਾ, ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਣਾ। ਸਾਡੀ ਇੰਟਾਇਰ ਟੀਮ ਭਾਵੇਂ ਕਿ ਸਾਡੇ ਨਾਲ ਹੈ, ਪਰੰਤੂ ਫਿਰ ਵੀ ਜਿਹੜੇ ਐਡਾ ਭਾਰ ਮੋਢਿਆਂ 'ਤੇ 7 ਘੰਟੇ ਦਾ ਜਿਹੜੇ ਪ੍ਰੋਗਰਾਮ ਕਰਦੇ ਨੇ ਉਹਨਾਂ ਨੂੰ ਪਤਾ 1 ਘੰਟੇ ਦੀ ਕੀਮਤ ਕੀ ਹੈ ਪ੍ਰਾਈਮ ਟਾਈਮ 'ਤੇ ਔਰ ਰਾਤ ਦੀ। ਸੋ 7 ਘੰਟੇ ਕੈਲਕੂਲੇਟ ਕਰਕੇ ਪੂਰੇ 7 ਦਿਨ ਅਸੀਂ ਕਰਦੇ ਹਾਂ। 3 ਘੰਟੇ ਸੈਟਰਡੇ, 3 ਘੰਟੇ ਸੰਡੇ, 7 ਘੰਟੇ ਐਵਰੀਡੇ ਹੋ ਜਾਵੇ ਤਾਂ ਕੈਲਕੂਲੇਟ ਸਾਡੇ ਜਿਹੜੇ ਰੇਡੀਓ ਚਲਾਉਣ ਵਾਲੇ ਨੇ ਉਹਨਾਂ ਨੂੰ ਪਤਾ ਕਿ ਕਿੰਨਾ ਬਿੱਲ ਬਣ ਜਾਂਦਾ। ਅਤੇ ਸਾਡੇ ਵਪਾਰੀ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਕਦੇ ਥਿੜਕਣ ਨਹੀਂ ਦਿੱਤਾ। ਹੁਣ ਵੀ ਬਹੁਤ ਸਾਰੇ ਵੀਰਾਂ ਦੇ ਫੋਨ ਕਾਲਸ ਆਏ ਨੇ, ਅਸੀਂ ਨਾਂ ਲਿਖਣੇ ਨੇ, ਕਮਰਸ਼ਨਾਂ ਰਿਕਾਰਡ ਕਰਕੇ ਉਹਨਾਂ ਦੀਆਂ ਜਦੋਂ ਲੱਗਣਗੀਆਂ ਉਦੋਂ ਅਸੀਂ ਸਾਡੇ ਆਪਣੇ ਦਰਸ਼ਕਾਂ ਦੇ ਸਰੋਤਿਆਂ ਦੇ ਸਾਹਮਣੇ ਰੱਖ ਦੇਵਾਂਗੇ। ਉਹਨਾਂ ਦਾ ਪਿਆਰ ਦੇਣ ਲਈ ਅਸੀਂ ਉਹਨਾਂ ਦੇ ਜਿਨ੍ਹਾਂ ਨੇ ਖੁਦ ਫੋਨ ਕਰਕੇ ਸਾਨੂੰ ਐਡਵਰਟਾਈਜ਼ਮੈਂਟ ਬੁੱਕ ਕਰਵਾਈ ਹੈ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹੋ। ਚਾਹੇ ਉਹ ਸਾਨੂੰ ਮਹੀਨਾ ਹੀ ਸਾਥ ਦੇ ਦੇਣ, 2 ਮਹੀਨੇ ਹੀ ਸਾਥ ਦੇਣ, ਅਸੀਂ ਹਮੇਸ਼ਾ ਲਈ ਉਹਨਾਂ ਦੇ ਰਿਣੀ ਰਵਾਂਗੇ। ਕਿਉਂਕਿ ਇਸ ਵਕਤ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਨਵੇਂ 2 ਘੰਟੇ ਵਧਾਏ ਨੇ, ਉਹਦੇ ਵਿੱਚ ਡੈਫੀਨੇਟਲੀ ਸਾਰੇ ਵਪਾਰੀ ਸੱਜਣਾਂ ਦੀ ਪਿਆਰ ਦੀ, ਸਹਿਯੋਗ ਦੀ ਵੀ ਲੋੜ ਹੈ। ਚਲੋ ਆਪਾਂ ਚੱਲਦੇ ਹਾਂ ਵੌਇਸ ਆਫ ਸਿਟੀ 1320 AM 'ਤੇ ਗੱਲਾਂ ਬਾਤਾਂ ਵਾਲੇ ਪਾਸੇ ਨੂੰ। ਔਰ ਜਿਹੜਾ ਇੱਕ ਸਭ ਤੋਂ ਵੱਡੀ ਖਬਰ ਹੈ, ਗੁਰਨਾਮ ਸਿੰਘ ਚਨੂਨੀ ਨੇ ਕੀਤਾ ਮਨੋਹਰ ਲਾਲ ਖੱਟਰ ਨੂੰ ਚੈਲੰਜ ਕਰਨਾ ਬੜੀ ਕੋਈ ਛੋਟੀ ਗੱਲ ਨਹੀਂ ਹੁੰਦੀ। ਕਿਸੇ ਮੁੱਖ ਮੰਤਰੀ ਨੂੰ ਚੈਲੰਜ ਕਿਹਾ, ਆ ਜਾਓ ਹੋਰਾਂ ਨੂੰ ਕਿਉਂ ਲੜਾਈਏ, ਆਪਾਂ ਦੋਵੇਂ ਜਾਣੇ ਲੜਦੇ ਹਾਂ, ਜੇਕਰ ਮੈਂ ਹਾਰ ਗਿਆ ਤਾਂ ਤੇਰਾ ਗੁਲਾਮ ਬਣ ਜਾਵਾਂਗਾ। ਵੈਸੇ ਮੈਂ ਤੁਲਨਾ ਨਹੀਂ ਕਰਨਾ ਚਾਹੁੰਦਾ, ਚਲੋ ਨਾ ਹੀ ਕਰੀਏ ਤਾਂ ਚੰਗੀ ਗੱਲ ਆ। ਮੈਦਾਨੇ ਜੰਗ 'ਤੇ ਲੈ ਕੇ ਚੱਲਿਆ ਸੀ ਮੈਂ ਤੁਹਾਨੂੰ, ਜਦੋਂ ਬਾਬਾ ਦੀਪ ਸਿੰਘ ਮੁਗਲਾਂ ਦੇ ਨਾਲ ਲੜ ਰਹੇ ਸਨ ਤਾਂ ਇੱਕ ਯੋਧੇ ਨੇ ਲੱਗਾ ਵਾਰੀ ਕਹਿੰਦਾ ਛੱਡ ਕਿਉਂ, ਆ ਜਾ ਪਹਿਲਾਂ ਦੋਵੇਂ ਆਪਾਂ ਹੱਥ ਕਰ ਲਈਏ ਫਿਰ ਅੱਗੇ ਵੱਧਦੇ ਹਾਂ। ਇੱਥੇ ਛੱਡ ਦਿੰਦੇ ਆ। ਉਹ ਸੀਨ ਯਾਦ ਮੈਨੂੰ ਆ ਗਿਆ ਜਿੱਥੇ ਲਕੀਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੱਗੇ ਜਦੋਂ ਫਿਰ ਸਿਰ ਧੜ ਦੀ ਬਾਜੀ ਲੱਗੀ, ਕਹਿੰਦਾ ਲੋਕਾਂ ਦੇ ਪੁੱਤ ਕਿਉਂ ਮਰਵਾਉਣੇ ਆ। ਚੜੂਨੀ ਸਾਹਿਬ ਕਹਿੰਦੇ ਖੱਟੜ ਸਾਹਿਬ ਆਓ ਫਿਰ ਡਾਂਗੋ ਡਾਂਗੀ ਹੋਈਏ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਅਸਲ 'ਚ ਨਾ ਖੱਟੜ ਸਾਹਿਬ ਨੇ ਜੋ ਉਹਦੀ ਵੀਡੀਓ ਵਾਇਰਲ ਹੋਈ ਹੈ ਤੇ ਕਾਫੀ ਚਰਚਾ ਉਹਨੇ ਹੋਈ ਹੈ ਵੀਡੀਓ ਦੀ, ਉਹ ਤੇ ਕਾਫੀ ਨਾਮ ਤਾਂ ਪੈ ਰਹੇ ਨੇ ਖੱਟੜ ਸਾਹਿਬ ਨੂੰ। ਵੈਸੇ ਮਨੋਹਰ ਲਾਲ ਖੱਟੜ CM ਹੈਗੇ ਆ, ਉਸ ਨੂੰ ਉਹਦੇ ਉੱਪਰ ਲਾਹਨਤਾਂ ਪੈਣੀਆਂ ਠੀਕ ਨਹੀਂ। ਵੈਸੇ ਲਾਹਨਤਾਂ ਅੱਜ ਕੱਲ੍ਹ PM ਦੇ ਪਈ ਜਾਂਦੀਆਂ ਨੇ ਭਾਰਤ ਵਿੱਚ। ਤੇ ਉਹਨਾਂ ਨੇ ਕਿਹਾ ਸੀਗਾ ਕਿ ਇਕੱਠੇ ਹੋ ਜਾਓ ਸਾਰੇ, 500 1000 700 ਬੰਦਾ ਇਕੱਠਾ ਡਾਂਗਾ ਲੈ ਲਓ, ਜੈਸੇ ਕੋ ਪੈਸਾ ਟੱਕਰੋ। ਫਿਰ ਕਹਿੰਦਾ ਇਹ ਗੱਲ, ਕਹਿੰਦਾ ਕਿਉਂ, ਠੀਕ ਹੈ ਸਾਰਾ ਮਰ ਕੇ ਉਹਨੂੰ ਸਾਰਾ ਤੋਂ ਸਾਹਮਣੇ ਨਹੀਂ ਭਰਾ ਰਿਹਾ ਬੰਦਾ, ਸਾਹਮਣੇ ਬੈਠੇ ਬੰਦਾ ਨੂੰ। ਤੇ ਉਸ ਦੇ ਸੰਬੰਧ ਵਿੱਚ ਕਾਫੀ ਉਹਦੀ ਆਲੋਚਨਾ ਹੋਈ ਆ, ਲਾਹਨਤਾਂ ਪਈਆਂ। ਗੁਰਨਾਮ ਚੜੂਨੀ ਨੇ ਫਿਰ ਸਰੇਆਮ ਬਿਆਨ ਦਿੱਤਾ। ਉਹ ਕਹਿੰਦੇ ਇਹ ਇੱਕ ਉਸੇ ਤਰ੍ਹਾਂ ਦਾ ਬਿਆਨ ਆ ਜਿੱਦਾਂ ਕਿ ਜਿਹੜਾ ਕਿ ਮਿਸ਼ਰਾ ਹੈਗਾ, ਅਜੇ ਕੁਮਾਰ ਮਿਸ਼ਰਾ, ਕੇਂਦਰੀ ਰਾਜ ਮੰਤਰੀ, ਜਿਹਦਾ ਮੁੰਡੇ ਨੇ ਕਿਸਾਨ ਮਾਰੇ ਹੈਗੇ ਆ, ਦਰੜੇ ਹੈਗੇ ਆ, ਉਸ ਦਾ ਵੀ ਬਿਆਨ 2-4 ਦਿਨ ਪਹਿਲਾਂ ਆਇਆ ਸੀ। ਕਹਿੰਦਾ ਸਮਝ ਜਾਓ ਨਹੀਂ ਤਾਂ ਫਿਰ ਅਸੀਂ ਸਮਝਾਵਾਂਗੇ ਤੁਹਾਨੂੰ। ਉਹ ਜਿਹਾ ਬਿਆਨ ਬਿਲਕੁਲ ਹੀ ਖੱਟੜ ਦਾ ਆਇਆ। ਕਹਿੰਦੇ ਵੀ ਇਹ ਬਿਆਨ ਜਿਹੜਾ ਦੇ ਰਹੇ ਨੇ, ਅਸੀਂ ਹੁਣ ਇਹ ਪਿੱਛੇ ਨਹੀਂ ਕਹਿੰਦਾ ਖੱਟੜ ਸਾਹਿਬ ਕਿਉਂ ਆਪਾਂ ਲੋਕਾਂ ਨੂੰ ਮਰਵਾਈਏ, ਆ ਜਾਓ ਤੁਸੀਂ ਆਪਣੇ ਬੰਦੇ ਲੈ ਆਓ ਜਿਹੜੇ ਤੁਹਾਡੇ ਬੰਦੇ ਹੈਗੇ ਨੇ, ਮੈਂ ਆਪਣੇ ਕਿਸਾਨ ਲੈ ਆਊਂਗਾ ਤੇ ਮੈਂ ਤੇ ਤੁਸੀਂ ਦੋਨੋਂ ਇਕੱਠੇ ਸਾਹਮਣੇ ਆਮੋ ਸਾਹਮਣੇ ਹੋ ਜਾਣਗੇ ਡਾਂਗਾ ਫੜ ਕੇ। ਤੇ ਫਿਰ ਦੇਖਦਾ ਕਿਹੜਾ, ਜੇਕਰ ਮੈਂ ਹਾਰ ਗਿਆ ਤਾਂ ਮੈਂ ਯੂਨੀਅਨ ਛੱਡ ਦਿਆਂਗਾ ਤੇ ਤੁਹਾਡੀ ਗੁਲਾਮੀ ਕਰਾਂਗਾ ਸਾਰੀ ਉਮਰ। ਜੇਕਰ ਤੁਸੀਂ ਹਾਰ ਗਏ ਤਾਂ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਛੱਡ ਦਿਓ ਤੇ ਨਾਲ ਹੀ ਫਿਰ ਸਾਡੇ ਜਿਹੜੀਆਂ ਮੰਗਾਂ ਉਹ ਮੰਨ ਲਿਓ ਨਾਲ ਦੀ ਨਾਲ। ਤੇ ਉਹ ਕਹਿੰਦੇ ਉਹਨੇ ਕਿਹਾ, ਤੇ ਇਹ ਗੱਲ ਦੀ ਵੀ ਕਾਫੀ ਚਰਚਾ ਚੱਲ ਹੋ ਰਹੀ ਹੈ ਤੇ ਕਾਫੀ ਮੀਡੀਆ ਨੇ ਇਸ ਗੱਲ ਨੂੰ ਚੱਕਿਆ ਹੈਗਾ ਗੁਰਨਾਮ ਚੜੂਨੀ ਦੀ ਇਸ ਗੱਲ ਨੂੰ। ਵੈਸੇ ਚੈਲੰਜ ਕਰਨਾ ਕੋਈ ਮੂਲੀ ਮੁੱਖ ਮੰਤਰੀ ਨੂੰ ਚੈਲੰਜ ਕਰਨਾ ਆਮ ਗੱਲ ਨਹੀਂ ਹੁੰਦੀ। ਗੁਰਨਾਮ ਚੜੂਨੀ ਦੇ ਉੱਪਰ ਕੇਸ ਦਰਜ, ਜਿਵੇਂ ਕਿ ਯੂਪੀ ਦੇ ਵਿੱਚ ਕੇਸ ਦਰਜ ਹੋ ਰਹੇ ਲਾਰਜ ਸਕੇਲ ਦੇ ਉੱਪਰ ਲੀਡਰਾਂ ਦੇ ਉੱਪਰ, ਗੁਰਨਾਮ ਚੜੂਨੀ ਦੇ ਖਿਲਾਫ ਵੀ ਕੇਸ ਦਰਜ ਹੋ ਸਕਦਾ ਹੈ। ਕੋਈ ਪਤਾ ਨਹੀਂ ਕੀ ਹੋ ਜਾਵੇ। ਇੱਕ ਗੱਲ ਹੋਰ ਸਾਹਮਣੇ ਆਈ ਹੈ ਚਾਵਲਾ ਸਾਹਿਬ, ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਇੱਕ ਮਜ਼ਦੂਰ ਸੰਘ ਹੈਗਾ, ਮਜ਼ਦੂਰ ਸੰਗਠਨ ਹੈਗਾ, ਉਹਨਾਂ ਨੇ ਇੱਕ ਡਾਂਗ ਟੋਟਾ, ਇੱਕ ਡਾਂਗ ਨਾ
ਪੂਰੀ ਤਰ੍ਹਾਂ ਸ਼ਿੰਗਾਰ ਕੇ ਡਾਂਗ ਨੂੰ, ਤੇ ਉਹ ਡਾਂਗ ਦੇ ਉੱਪਰ ਪੂਰਾ ਉਹਨੂੰ ਕਰਕੇ ਤੇ ਉਹਨੂੰ ਖੱਟੜ ਸਾਹਿਬ ਨੂੰ ਭੇਜੀ ਹੈ ਡਾਂਗ। ਉਹ ਕਹਿੰਦਾ ਤੈਨੂੰ ਡਾਂਗ ਮੁਬਾਰਕ ਹੋਵੇ, ਡਾਂਗ ਇਹ ਫੜ, ਅਸੀਂ ਡਾਂਗ ਆਪਣੀ ਲੈ ਕੇ ਆਵਾਂਗੇ, ਤੈਨੂੰ ਡਾਂਗ ਅਸੀਂ ਭੇਜਦੇ ਆ। ਇੱਕ ਉਹਨਾਂ ਨੇ ਡਾਂਗ ਭੇਜੀ ਆ, ਇੱਕ ਮਜ਼ਦੂਰ ਸੰਘ ਹੈਗਾ, ਮਜ਼ਦੂਰ ਸੰਗਠਨ ਕੋਈ, ਏਦਾਂ ਦੀ ਡਾਂਗ ਦੇ ਉੱਪਰ ਬੜਾ ਚਵਲਾ ਸਾਹਿਬ ਏਦਾਂ ਲੱਗਦਾ ਵੀ ਜਿੱਦਾਂ ਨਾ ਬੀਜੇਪੀ ਵਾਲੇ ਆਪਣਾ ਤਵਾਜ਼ਨ ਖੋ ਬੈਂਦੇ ਆ। ਕਹਿੰਦੇ ਜਦੋਂ ਨਾ ਬੰਦਾ ਬੜਾ ਸਿਆਣਾ ਹੁੰਦਾ, ਬੰਦਾ ਆਪਣੇ ਨੂੰ ਬੜਾ ਸਿਆਣਾ ਕਹਾਉਂਦਾ, ਪਰ ਜਦੋਂ ਉਹ ਤੇ ਕਦੇ ਭੀੜ ਪੈਂਦੀ ਹੈ ਨਾ ਚਵਲਾ ਸਾਹਿਬ, ਉਹ ਕਿੰਨੀ ਕੁ ਸਿਆਣਪ ਕਰ ਪਾਉਂਦਾ, ਉਹਦੀ ਕਿੰਨੀ ਕੁ ਸਿਆਣਪ ਕੰਮ ਆਉਂਦੀ ਆ, ਉਦੋਂ ਪਤਾ ਲੱਗਦਾ ਬੰਦੇ ਦਾ। ਜੀ, ਲੋਕਾਂ ਨੂੰ ਸਿਆਣਪ ਦਿਖਾਉਂਦਾ, ਸਲਾਹ ਦਿੰਦਾ ਤਾਂ ਬਹੁਤ ਕੁਛ ਕਰ ਸਕਦਾ ਬੰਦਾ, ਮੈਂ ਏਦਾਂ ਕਰ ਲਓ ਓਦਾਂ ਕਰ ਲਓ, ਪਰ ਜਦੋਂ ਉਹਦੇ ਖੁਦ ਤੇ ਭੀੜ ਹੁੰਦੀ ਆ, ਉਹ ਉਸ ਭੀੜ ਨੂੰ ਕਿੱਦਾਂ ਟੈਕਲ ਕਰਦਾ, ਕਿੱਦਾਂ ਨਿਬੇੜਦਾ ਉਹ, ਤੇ ਉਦੋਂ ਬੰਦੇ ਦੀ ਕਾਬਲੀਅਤ ਪੱਕ ਜਾਂਦੀ। ਤੇ ਇਹ ਕਾਬਲੀਅਤ ਪਰਖੀ ਨਹੀਂ ਗਈ। ਅੱਜ ਮੋਦੀ ਜੀ ਉੱਥੇ ਗਏ ਨੇ ਲਖਨਊ ਦੇ ਵਿੱਚ ਜੀ, ਤੇ ਲਖਨਊ ਚ ਉਹਨਾਂ ਨੇ ਸਭਾ ਨੂੰ ਸੰਬੋਧਨ ਕੀਤਾ, ਤੇ ਇੱਕ ਵੀ ਸ਼ਬਦ ਕਿਸਾਨਾਂ ਦੇ, ਮਰੇ ਹੋਏ ਕਿਸਾਨਾਂ ਦੇ ਤੱਕ ਲਫ਼ਜ਼ ਨਹੀਂ ਬੋਲਿਆ ਉਹਨਾਂ ਨੇ। ਉੱਥੇ ਵੀ ਕਿਸਾਨ ਪਹੁੰਚ ਗਏ ਆ, ਉੱਥੇ ਵੀ ਕਿਸਾਨ ਪਹੁੰਚਿਆ, ਮੁਰਦਾਬਾਦ। ਮਤਲਬ ਦੇਸ਼ ਦੇ ਵਿੱਚ ਐਡਾ ਵੱਡਾ ਹੱਤਿਆਕਾਂਡ ਹੋ ਗਿਆ ਹੋਵੇ, ਐਡੇ ਵੱਡੇ ਤਰੀਕੇ ਦੇ ਨਾਲ ਪਿੱਛੋਂ ਆ ਕੇ ਗੱਡੀ ਕਿਸਾਨਾਂ ਦੇ ਉੱਤੇ ਚਾੜੀਆਂ ਗਈਆਂ ਹੋਣ, ਤੇ ਨੌਜਵਾਨ ਭਾਵੇਂ ਸ਼ਹੀਦ ਕੀਤੇ ਗਏ ਨੇ, ਭਾਵੇਂ ਕਿ ਦਵੱਲੀ ਕਾਰਵਾਈ ਦੇ ਵਿੱਚ ਉਹਨਾਂ ਦੇ ਵਿਚਾਰ ਸਾਥੀ ਜਿਹੜੇ ਆਏ ਸੀ ਇਨ ਗੱਡੀਆਂ ਲੈ ਕੇ, ਜਿਹੜੇ ਤਾਂ ਮਾਰ ਨਹੀਂ ਆਏ ਸਨ, ਉਹਨਾਂ ਦੇ ਘਰਾਂ ਦੇ ਵਿੱਚ ਵੀ ਸੋ ਗਏ। ਅਫਸੋਸ ਹੈ, ਪਰ ਦੇਸ਼ ਦਾ ਹੋਵੇ ਪ੍ਰਧਾਨ ਮੰਤਰੀ ਤੇ ਉਸ ਸੂਬੇ ਦੇ ਵਿੱਚ ਚੋਣਾਂ ਹੋਣ ਤੇ ਇੱਕ ਵੀ ਸ਼ਬਦ ਨਾ ਬੋਲੇ ਅੰਨਦਾਤਾ ਵਾਸਤੇ, ਕਿਸਾਨਾਂ ਵਾਸਤੇ, ਇਹ ਤੋਂ ਅਸੀਂ ਕੀ ਅੰਦਾਜ਼ਾ ਲਾ ਸਕਦੇ। ਖੈਰ, ਮੇਰੇ ਨਾਲ ਕਾਲਰ ਨੇ, ਆਪਾਂ ਨਾਲ ਦੀ ਨਾਲ ਕਾਲ ਲੈ ਲਈਏ, ਕਿਉਂਕਿ ਗੁੱਡ ਮਾਰਨਿੰਗ ਸ਼ੋਅ ਦਾ ਅੱਜ ਦੂਜਾ ਦਿਨ ਆ ਦੋਸਤੋ। 9 ਤੋਂ 12, 9 ਤੋਂ 10 ਅਰਸ਼ ਕਰਿਆ ਕਰਨਗੇ, 10 ਤੋਂ 12 ਮੈਂ ਰੈਗੂਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਕਰਾਂਗਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿਰਫ 9 ਤੋਂ 10 ਅਰਸ਼ ਨੇ ਕੀਤਾ, 10 ਤੋਂ 11 ਮੈਂ ਕਰਾਂਗਾ, ਮੇਰੇ ਨਾਲ ਕੀਦਾ ਸਾਹਿਬ ਨੇ, ਪਰੰਤੂ 11 ਤੋਂ 12 ਅਰਸ਼ ਕਰਨਗੇ ਸਰਦਾਰ ਜਸਵੀਰ ਸਿੰਘ ਪੱਟੀ ਹੋਣਾ ਦੇ ਨਾਲ। ਤੇ ਕੱਲ ਤੋਂ ਮੈਂ ਰੈਗੂਲਰ ਤੁਹਾਡੀ ਸੇਵਾ ਦੇ ਵਿੱਚ ਜਿਹੜੇ ਪ੍ਰੋਗਰਾਮ ਨੇ ਉਹ ਲੈ ਕਰਕੇ ਹਾਜ਼ਰ ਹੋਵਾਂਗਾ। ਔਰ ਮੈਨੂੰ ਬਹੁਤ ਸਾਰੇ ਫੋਨ ਕਾਲਸ ਆਏ ਨੇ ਕਿ ਕੁਝ ਸਮਾਂ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਦਿਆ ਕਰੋ। ਬਹੁਤ ਮਿਹਰਬਾਨੀ, ਤੁਹਾਡਾ ਹੁਕਮ ਸਿਰ ਮੱਥੇ ਜੀ। 10-15 ਮਿੰਟ ਜ਼ਰੂਰ ਕੱਢਿਆ ਕਰਾਂਗੇ ਹਫ਼ਤੇ 'ਚ, ਭਾਵੇਂ ਇੱਕ ਦਿਨ ਹੀ ਕਿਉਂ ਨਾ ਕੱਢੇ ਜਾਣ। ਆਓ ਜੀ, ਹਾਂਜੀ, ਵੈਲਕਮ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਵੀਰ ਜੀ, ਕੀ ਨਾਮ? ਮੇਰਾ ਨਾਮ ਤਰਲੋਚਨ ਸਿੰਘ ਹੈ ਜੀ। ਜੀ ਸਰਦਾਰ ਤਰਲੋਚਨ ਸਿੰਘ ਜੀ, ਕੀ ਸਵਾਲ ਹੈ? ਹਾਂਜੀ, ਮੈਂ ਕਿਹਾ ਤੁਹਾਨੂੰ ਵਧਾਈਆਂ ਨਾਲੇ ਪ੍ਰੋਗਰਾਮ ਟਾਈਮ ਵਧਣ ਦੀਆਂ। ਮਿਹਰਬਾਨੀ ਜਨਾਬ, ਥੈਂਕ ਯੂ। ਤੇ ਅਸੀਂ ਦੇਖਦੇ ਰਹਿੰਦਾ ਰਾਤ ਦਾ ਵੀ ਤੇ ਸਵੇਰ ਦਾ ਵੀ ਤੇ ਅਰਸ਼ ਦਾ ਵੀ। ਥੈਂਕ ਯੂ ਜੀ, ਥੈਂਕ ਯੂ। ਤੇ ਬਾਕੀ ਮੈਂ ਕਿਹਾ ਜੀ, ਇਹਨਾਂ ਨੂੰ ਕੀ ਕਹੀਏ, ਇਹਨਾਂ ਸਰਕਾਰਾਂ ਨੂੰ। ਸਰਕਾਰ ਦਾ ਕੰਮ ਤਾਂ ਹੁੰਦਾ ਲੋਕਾਂ ਦਾ ਭਲਾ ਕਰਨਾ, ਰੁਜ਼ਗਾਰ ਦੇਣੇ, ਵਿੱਦਿਆ ਜਾਂ ਸਿਹਤ ਸਹੂਲਤਾਂ ਦੇਣੀਆਂ। ਇਹਨੀ 7 ਸਾਲਾਂ 'ਚ ਦੇ ਲਓ ਇਹ ਕੰਮ ਕੀਤਾ, ਸਮਾਂ ਕਿ ਏਦਾਂ ਦੇ ਕੰਮੇ ਕੀਤੇ ਅੱਜ। ਤੇ ਦੂਸਰਾ 10 ਸਾਲ ਦੇ ਲਓ, 10 ਮਹੀਨੇ ਹੋ ਗਏ ਕਿਸਾਨਾਂ ਨੂੰ ਬੈਠਿਆਂ ਨੂੰ। ਤੇ ਇਹ ਦੇਖ ਲਓ ਚਲੋ ਭਾਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਕਹਿ ਰਹੇ ਹੋ, ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ। ਕੀਦਾ ਸਾਹਿਬ, ਕੀ ਕਹਿਣਾ ਚਾਹੋਗੇ? ਹਾਂ, ਇਸ ਭਾਵਨਾਵਾਂ ਦੀ ਕਦਰ ਤਾਂ ਕਰਦੇ ਆ, ਪਰ ਇਹਦੇ ਨਾਲ ਸਹਿਮਤ ਨਹੀਂ ਹੋ ਸਕਦੇ, ਕਿਉਂਕਿ ਉਹ ਬੇਸ਼ੱਕ ਕਿੰਨੇ ਵੀ ਕਰੂਰ ਹੋਣ, ਜਦੋਂ ਤੱਕ ਲੋਕਾਂ ਨੂੰ ਚੁਣੇ ਪ੍ਰਧਾਨ ਮੰਤਰੀ ਹੈਗੇ ਆ, ਉਦੋਂ ਤੱਕ ਤਾਂ ਆਪਣੀ ਗੱਲ ਤਾਂ ਕਰਾਂਗੇ। ਹਾਂ, ਉਸ ਗੱਲ ਵਾਕਿਆ ਕਿ ਲੋਕਾਂ ਵੱਲੋਂ ਕੀਤੀ ਜਾ ਨਿੰਦਿਆ ਦੇ ਵੀ ਸ਼ਾਮਲ ਹੀ ਆਪਣੇ ਵੀਰ ਦਾ ਜਿਹੜਾ ਬਿਆਨ ਹੈਗਾ, ਉਹਨਾਂ ਵੀ ਸ਼ਾਮਲ ਹੋ ਜਾਂਦਾ। ਤੇ ਗੱਲ ਸੱਚ ਹੈ ਕਿ ਹਾਲਾਤ ਜਿਹੜੇ ਹੈਗੇ ਨੇ ਪੈਦਾ ਬੜੇ ਖਤਰਨਾਕ ਲੈਵਲ ਤੇ ਪਹੁੰਚ ਗਏ। ਇਸ ਟਾਈਮ ਯੂਪੀ ਵਾਲਾ ਤਾਂ ਦੇਖ ਕੇ ਚਵਲਾ ਸਾਹਿਬ ਇੰਝ ਲੱਗਦਾ ਕਿ ਜਦੋਂ ਇਹਨਾਂ ਨੇ ਨਾ ਜਿਵੇਂ ਤੈਅ ਕੀਤਾ ਹੋਇਆ, ਇੱਕ ਕੋਈ ਕ੍ਰਿਸ਼ਨਪੁਰੀ ਸੀਗਾ, ਉਸਨੇ ਐਲਾਨ ਕੀਤਾ ਸੀਗਾ ਕਿ 2 ਅਕਤੂਬਰ ਤੱਕ ਜੇਕਰ ਭਾਰਤ ਨੂੰ ਹਿੰਦੂ ਰਾਸ਼ਟਰ ਨਾ ਬਣਾਇਆ ਗਿਆ ਤਾਂ ਮੈਂ ਜਲ ਸਮਾਧੀ ਲੈ ਜਾਵਾਂਗਾ। ਉਹ ਜਲ ਕੌਲੇ 'ਚ ਭਾਈ ਫਿਰਦਾ ਕਹਿੰਦੇ। ਹਾਂ, 2 ਅਕਤੂਬਰ ਤੱਕ। 2 ਅਕਤੂਬਰ ਵੈਸੇ ਬੰਦਾ ਜਲ ਸਮਾਧੀ ਲਈ ਇਹਨਾਂ ਨੇ, ਝੂਠਾ ਨਿਕਲਿਆ ਉਹ। ਤੇ ਇਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ, ਉਹ ਕਹਿੰਦੇ ਵੀ ਜਦੋਂ ਹਿੰਦੂ ਰਾਸ਼ਟਰ ਕੋਈ ਬਣਾਉਣਗੇ ਨਾ, ਏਦਾਂ ਹੀ ਕਰਨਗੇ ਫਿਰ ਇਹ। ਚਲੋ ਯੂਪੀ 'ਚ ਕੀਤਾ। ਚਲੋ ਅਗਲੀ ਕਾਲ ਲੈ ਲੈਣੇ ਜੀ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂ ਵੀਰ ਜੀ, ਪਹਿਲਾਂ ਤਾਂ ਵਧਾਈਆਂ, ਹੁਣ ਤੁਹਾਨੂੰ ਜਿਹੜਾ ਥੋੜਾ ਟਾਈਮ ਇੰਕਰੀਜ਼ ਹੋ ਗਿਆ। ਮਿਹਰਬਾਨੀ ਜਨਾਬ। ਸੈਕੰਡ, ਜਿਹੜੀ ਤੁਸੀਂ ਟਾਕ ਕਰ ਰਹੇ ਹੋ ਬਹੁਤ ਸੋਹਣੀ ਹੁੰਦੀ ਹੈਗੀ, ਕਿਉਂਕਿ ਇੱਕ ਕਿਸਮ ਦੀ ਇਹ ਕਥਾ ਹੁੰਦੀ ਹੈਗੀ, ਕਿਉਂਕਿ ਜਿੱਥੇ ਝੂਠ ਨਾ ਹੋਵੇ ਉਹ ਕਥਾ ਹੀ ਹੋ ਜਾਂਦੀ ਹੈ। ਹਰ ਇੱਕ ਗੱਲ ਕਥਾ ਬਣ ਜਾਂਦੀ ਹੈ ਜਿੱਥੇ ਝੂਠ ਨਾ ਹੋਵੇ। ਝੂਠ ਤੁਸੀਂ ਬੋਲਦੇ ਨਹੀਂ, ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ। ਬਾਕੀ ਜਿਹੜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਸਾਡੇ ਵਰਗਾ ਕੋਈ ਹੋ ਸਕਦਾ ਕਿ ਘਟੀਆ ਕੋਈ ਵੀ ਨਾ ਹੋਵੇ, ਪਰ ਤੁਹਾਡੀ ਨਿਗਾਹ ਦੇ ਵਿੱਚ ਸਾਨੂੰ ਚੰਗਾ ਲੱਗਦਾ। ਹਰ ਬੰਦੇ ਦੇ ਤੁਰਦੀਆਂ ਹੁੰਦੀਆਂ ਨੇ, ਕੋਈ ਨਾ ਕੋਈ ਕਿਸੇ ਨੂੰ ਚੰਗਾ ਲੱਗਦਾ, ਕੋਈ ਕਿਸੇ ਨੂੰ ਨਹੀਂ ਚੰਗਾ ਲੱਗਦਾ। ਬਹੁਤ ਬਹੁਤ ਤੁਹਾਡਾ ਧੰਨਵਾਦ, ਮਿਹਰਬਾਨੀ, ਥੈਂਕ ਯੂ ਜੀ, ਸੋ ਨਾਈਸ, ਥੈਂਕ ਯੂ ਜੀ। ਹਾਂਜੀ, ਜੇ ਆਪਾਂ ਗੱਲ ਕਰੀਏ ਵੌਇਸ ਆਫ ਸਿਟੀ 1320 AM ਤੇ ਜਿਹੜੀ ਇਸ ਵਕਤ ਸਥਿਤੀ ਹੈ ਕਿਸਾਨਾਂ ਦੇ ਨਾਲ ਜੋ ਕੁਝ ਵਾਪਰਿਆ, ਇੱਕ ਲੜਕੀ ਹੈ, ਉਹ 2
ਦੋ ਭੈਣਾਂ ਨੇ, ਇੱਕ ਭਰਾ ਉਹਨਾਂ ਦਾ 45 ਲੱਖ। ਉਹ ਕਹਿੰਦੀ ਸਾਨੂੰ 45 ਲੱਖ ਨਹੀਂ ਚਾਹੀਦਾ, ਸਾਨੂੰ ਸਾਡੇ ਵੀਰ ਦਾ ਇਨਸਾਫ ਚਾਹੀਦਾ। ਛੋਟਾ ਜਿਹਾ ਬੱਚਾ ਹੈ। ਹਾਂਜੀ, ਜਿਸ ਤਰੀਕੇ ਨਾਲ ਮਿੰਟੂ ਹੁਣਾਂ ਨੇ ਰਾਤੀ ਸਾਰੀ ਦੀ ਸਾਰੀ ਕਹਾਣੀ ਐਨ ਉਹਦੇ ਬਣਾ ਕੇ ਨਾ ਪਾਰਟ ਦੱਸੇ ਨੇ ਵੀ ਕਿੱਥੋਂ ਸ਼ੁਰੂ ਹੁੰਦਾ, ਕਿਵੇਂ ਤੇ ਕਿਸ ਤਰੀਕੇ ਨਾਲ ਇਹ ਹੋਇਆ। ਇਕੱਲਾ ਉੱਥੇ ਮਤਲਬ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਹੋਇਆ, ਐਵੇਂ ਨਹੀਂ ਗੱਡੀਆਂ ਜੀ ਫਿਸ ਲੱਗੀਆਂ। ਉੱਥੋਂ ਦਾ ਜਿਹੜਾ ਮੀਡੀਆ ਕਹਿ ਰਿਹਾ ਜੀ ਗੱਡੀਆਂ ਜੀ ਉਹ ਮਤਲਬ ਕੀ ਕਹਿ ਲਓ ਕਿ ਹੱਥੋਂ ਬੇਵੱਸ ਹੋ ਗਈਆਂ ਤੇ ਚੜ੍ਹ ਗਈਆਂ। ਕੋਈ ਮਤਲਬ ਮੱਝ ਗਾਂ ਸੀਗੀ, ਭੜ ਕੇ ਚੜ੍ਹ ਗਈ ਉੱਤੇ। ਇੱਕ ਨਹੀਂ ਕਈ ਗੱਡੀਆਂ ਨੇ ਜੀ। ਤੇ ਚਲੋ ਐਨੀਵੇ ਉੱਥੋਂ ਦੇ ਜੋ ਵੀ ਮੀਡੀਆ ਦੀ ਆਪਣੀ ਸੋਚ ਆ, ਪਰ ਜਦੋਂ ਦੂਜੇ ਦੇ ਘਰ ਲੱਗਾ ਹੋਇਆ ਜਿਹੜੀ ਹੈ ਅੱਗ, ਉਹ ਬਸੰਤਰ ਇਹਨਾਂ ਨੂੰ ਲੱਗਦੀ ਕਿਤੇ ਆਪਣੇ ਮੋਢਿਆਂ ਦੇ ਪਵੇ ਨਾ ਕਿਤੇ ਚੰਗਿਆੜੀ, ਫੇਰ ਪਤਾ ਲੱਗਦਾ ਕਿ ਵਾਕਈ ਹੀ ਅਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ। ਸੋ ਜਿਹੜੇ ਮ੍ਰਿਤਕਾਂ ਦੇ ਕਿਸਾਨ ਗੁਰਵਿੰਦਰ ਸਿੰਘ ਦਾ ਸੰਸਕਾਰ ਪਰਿਵਾਰ ਮੈਂਬਰਾਂ ਨੇ ਰੋਕ ਦਿੱਤਾ ਹੈ ਔਰ ਬਾਕੀਆਂ ਦਾ ਕਰ ਦਿੱਤਾ ਗਿਆ ਦਾ ਸੰਸਕਾਰ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂ, ਚਾਵਲਾ ਸਾਹਿਬ ਗੁਰਿੰਦਰ ਸਿੰਘ ਜਿਹੜਾ ਹੈਗੇ ਨਾ ਜੀ, ਉਹਨਾਂ ਦਾ ਅਸਲ ਵਿੱਚ ਪਹਿਲਾਂ ਇਹ ਰੌਲਾ ਪੈ ਰਿਹਾ ਸੀਗਾ ਕਿ ਇਹਨਾਂ ਦੇ ਨਾ ਮੰਤਰੀ ਦੇ ਬੇਟੇ ਨੇ ਗੋਲੀ ਮਾਰੀ, ਗੋਲੀ ਵੱਜੀ। ਹਾਂਜੀ ਹਾਂ, ਗੋਲੀ ਮਾਰਨ ਕਰਕੇ ਉਹਦੀ ਮੌਤ ਹੋਈ ਹੈ। ਜਦੋਂ ਪੋਸਟਮਾਰਟਮ ਦੀ ਗੱਲ ਚੱਲ ਰਹੀ ਸੀ ਉੱਥੇ ਪਤਾ ਲੱਗਿਆ ਕਿ ਗੋਲੀ ਮਾਰਨ ਦੀ ਘਟਨਾ ਪੋਸਟਮਾਰਟਮ 'ਚ ਨਹੀਂ ਆ ਰਹੀ। ਉਹਨਾਂ ਨੂੰ ਪਤਾ ਲੱਗਿਆ, ਕਹਿੰਦੇ ਵੀ ਸਾਨੂੰ ਸ਼ੱਕ ਹੈਗਾ ਕਿ ਸਾਡਾ ਪੋਸਟਮਾਰਟਮ ਤੁਸੀਂ ਖਰਾਬ ਕਰ ਰਹੇ ਹੋ, ਬਦਲ ਰਹੇ ਹੋ। ਤੇ ਉਹ ਏਦਾਂ ਦੀ ਗੱਲ ਸਾਹਮਣੇ ਆਈ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ ਤੇ ਤੁਸੀਂ ਬੇਸ਼ੱਕ ਭਾਵੇਂ ਕਿ ਤਿੰਨਾਂ ਨੇ ਕਹਿਤਾ ਸੀ ਕਿ ਚਾਰਾਂ ਨੇ ਕਹਿਤਾ ਸੀ ਕਿ ਸੰਸਕਾਰ ਨਹੀਂ ਕਰਾਂਗੇ ਅਸੀਂ, ਪਰ ਤਿੰਨਾਂ ਨੂੰ ਮਨਾ ਲਿਆ ਗਿਆ ਕਿ ਤੁਹਾਡਾ ਤਾਂ ਠੀਕ ਹੈ ਸਾਰਾ ਕੁਝ। ਚੌਥਾ ਜਿਹੜਾ ਹੈਗਾ ਉਹ ਰਹਿ ਗਿਆ, ਉਹ ਉੱਥੇ ਹੀ ਸੀਗਾ ਰਹਿ ਗਿਆ ਉਹ। ਤੇ ਉਹਨੇ ਕਿਹਾ ਕਿ ਅਸੀਂ ਨਹੀਂ ਕਰਾਂਗੇ ਬਰਦਾਸ਼ਤ, ਸਾਡੇ ਜਦੋਂ ਤੱਕ ਸਾਡਾ ਪੂਰੀ ਤਰ੍ਹਾਂ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਤੇ ਸੰਸਕਾਰ ਨਹੀਂ ਕਰਾਂਗੇ। ਚਲੋ ਫਿਰ ਉੱਥੇ ਇੱਕ ਬਾਹਰ ਦੀ ਟੀਮ ਪਹੁੰਚੀ ਆ। ਬਾਹਰ ਦੀ ਟੀਮ ਨੇ ਉੱਥੇ ਇਹ ਕਿਹਾ ਵੀ ਉਹ ਪੋਸਟਮਾਰਟਮ ਕਰਕੇ ਜੋ ਰਿਪੋਰਟ ਦੇਣਗੇ ਉਹ ਸਪਸ਼ਟ ਹੋਵੇਗੀ। ਚਲੋ ਸੰਸਕਾਰ ਤਾਂ ਉਹਨਾਂ ਦਾ ਹੋ ਜਾਏਗਾ, ਕੱਲ ਨੂੰ ਹੋ ਜਾਏਗਾ ਸੰਸਕਾਰ ਤਾਂ, ਪਰ ਇੱਕ ਰੋਕ ਲੈਣਾ, ਇੱਕ ਜ਼ਬਰਦਸਤ ਇੱਕ ਰੋਕ ਲੈਣਾ ਸੰਸਕਾਰ ਨੂੰ ਕਿ ਸਾਨੂੰ ਵਿਸ਼ਵਾਸ ਨਹੀਂ ਹੈ, ਤਾਂ ਇਹ ਵੱਡੀ ਗੱਲ ਹੈ। ਵੌਇਸ ਆਫ ਸਿਟੀ 1320 AM ਤੇ ਲਓ ਮੇਰੇ ਨਾਲ ਅਗਲੀ ਕਾਲ ਤੇ ਵੇਖਦੇ ਹਾਂ ਕੌਣ ਨੇ। ਲਖੀਮਪੁਰ ਖੀਰੀ ਦੇ 2 ਵੀਡੀਓ ਵੀ ਸਾਹਮਣੇ ਆਉਣ ਦੀ ਖਬਰ ਹੈ। ਮੰਤਰੀ ਦੇ ਕਾਫਲੇ ਦਾ ਜਿਹੜਾ ਕਤਲੇਆਮ ਚਰਚਾ ਦੇ ਵਿੱਚ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਵੀ ਉਹਨੂੰ ਕਵਰੇਜ ਕਰ ਰਿਹਾ, ਜਿਹੜੀ ਕਿ ਮੇਰੇ ਖਿਆਲ ਦੇ ਵਿੱਚ ਸਾਡੇ ਦੇਸ਼ ਦੀ। ਹਾਂਜੀ, ਜਿਹੜੇ ਚੱਲ ਹੋ ਰਿਹਾ ਤੀਜੀ ਵੀਡੀਓ ਵੀ ਕਾਚ ਜੀ, ਉਹਦੇ ਵਿੱਚ ਹੋਰ ਵੀ ਖਤਰਨਾਕ ਸਬੂਤ ਮਿਲ ਗਏ ਜੀ। ਚਲੋ ਇੱਕ ਕਾਲਰ ਨੇ ਪਹਿਲਾਂ ਦੇਖਦੇ ਹਾਂ। ਵੈਲਕਮ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਮੈਂ ਬਾਈ ਮੈਂ ਕਹਿਣਾ ਚਾਹੁੰਦਾ ਵੀ ਇਹ ਚੀਜ਼ ਨੂੰ ਟੈਰਰਿਸਟ ਅਟੈਕ ਕਹਿਣਾ ਚਾਹੀਦਾ ਜੀ, ਜਿਹੜਾ ਫਾਰਮਰਾਂ ਦੇ ਉੱਪਰ ਹੋਇਆ। ਕੋਈ ਹਮਲਾ ਨਹੀਂ, ਇਹ ਤਾਂ ਜਿਵੇਂ ਜਿੱਦਾਂ ਦਾ ਮਿਲਦਾ ਉਹ ਵੀ ਨਹੀਂ ਕਰਦੇ ਜੀ, ਜਿਸ ਹਿਸਾਬ ਨਾਲ ਇਹਨਾਂ ਨੇ ਕੀਤਾ ਹੈ ਅਟੈਕ ਜੀ ਇਹ। ਜੀ ਹਾਂਜੀ ਬਿਲਕੁਲ ਜੀ। ਉਹ ਬੰਬ ਬਣ ਕੇ ਆਉਂਦੇ ਨੇ ਟੈਰਰਿਸਟ, ਜਦੋਂ ਪਬਲਿਕ ਪਲੇਸ ਦੇ ਵਿੱਚ ਬੰਬ ਬਣ ਕੇ ਉਹਨਾਂ ਨੂੰ ਸੁਸਾਈਡਰ ਕਿਹਾ ਜਾਂਦਾ। ਹੁਣ ਇੱਥੇ ਆਏ ਨੇ, ਇਹ ਵੀ ਸੁਸਾਈਡਰ ਹੀ ਕਿਹਾ ਜਾ ਸਕਦਾ ਜਦੋਂ 4 ਅਗਲਿਆਂ ਨੇ ਵੀ ਨਹੀਂ ਮਤਲਬ ਜਾਣ ਦਿੱਤੇ ਸੌਖੇ, ਹਨਾ ਕਿ ਤੁਸੀਂ ਸਾਨੂੰ ਮਾਰ ਕੇ ਚੱਲੇ। ਸਾਹਮਣੇ ਆਓ ਨਾ, ਪਿੱਛੋਂ ਕਾਹਦੋਂ ਪਿੱਛੋਂ ਉਹ ਵੀ ਤਾਂ ਸਾਹਮਣੇ ਨਾ ਆ ਕੇ ਦੱਸਦੇ, ਉਹੀ ਤਾਂ ਬੰਬ ਜਦੋਂ ਬੰਨੇ ਹੁੰਦੇ ਚੋਰੀ ਛਿਪੇ ਆਉਂਦੇ ਨੇ ਨਾ। ਬਸ ਉਹ ਚੀਜ਼ ਇਹਨਾਂ ਨੇ ਕੀਤੀ ਹੈ ਜੀ। ਮਿਹਰਬਾਨੀ, ਤੁਹਾਡਾ ਧੰਨਵਾਦ। ਹਾਂਜੀ, ਕਿਹਦਾ ਸਾਹਿਬ ਕੀ ਕਹਿਣਾ ਚਾਹੋਗੇ? ਨਹੀਂ ਚਾਹੁੰਦਾ ਤਾਂ ਠੀਕ ਹੈ, ਜਿਹੜਾ ਕਿ ਹੁਣ ਇਹਨਾਂ ਦਾ ਆਪਣਾ ਇੱਕ ਵਿਚਾਰ ਹੁੰਦਾ, ਆਪਣਾ ਹਰ ਇੱਕ ਬੰਦੇ ਦਾ ਆਪਣਾ ਵਿਚਾਰ ਹੁੰਦਾ, ਠੀਕ ਕਰਨਾ। ਨਹੀਂ, ਇਹਦੇ ਵਿੱਚ ਕੋਈ ਇਹ ਥੋੜੀ ਹੈ ਕਿ ਕੋਈ ਜਿਹੜਾ ਸਰਕਾਰੀ ਤੌਰ ਤੇ ਥੋੜੀ ਗੱਲ ਹੋ ਰਹੀ ਹੈ ਕਿ ਇਹ ਪਾਰਟੀ ਲੈਵਲ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਬੰਦੇ ਨੇ ਜਾਂ ਪਾਰਟੀ ਲੈਵਲ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਕੀ ਹੱਕ? ਉਹ ਸਰਕਾਰ ਥੋੜੀ ਆ। ਇਹ ਕੋਈ ਭਾਰਤ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਇਹ ਉਹਨਾਂ ਨੇ ਹੁਕਮ ਥੋੜੀ ਦਿੱਤਾ ਆ। ਇਹ ਤਾਂ ਇੱਕ ਪਾਰਟੀ ਵਰਕਰ ਉੱਠ ਕੇ ਉਹ ਜਿਹੜਾ ਵਾ ਉਹ ਕਤਲੇਆਮ ਕਰ ਰਿਹਾ, ਤੇ ਇਹ ਸੁਸਾਈਡਰ ਵੀ ਕਹੇ ਜਾ ਸਕਦੇ, ਜੋ ਮਰਜ਼ੀ ਕਹਿ ਲਓ ਇਹਨਾਂ ਨੂੰ ਤੁਸੀਂ, ਕਿਉਂਕਿ ਅਸੀਂ ਕਿਹੜਾ ਕਿ ਦੇਸ਼ ਦੇ ਖਿਲਾਫ ਬੋਲ ਰਹੇ ਹਾਂ ਜਾਂ ਦੇਸ਼ ਦੇ ਵਿਰੁੱਧ ਬੋਲ ਰਹੇ ਹਾਂ। ਦੇਸ਼ ਦੇ ਵਿੱਚ ਰਹਿ ਕੇ ਦੇਸ਼ ਦੀ ਜਨਤਾ ਨੂੰ ਕਿਵੇਂ ਕੁਚਲਣ ਵਾਲੇ ਲੋਕਾਂ ਦੀ ਗੱਲ ਹੋ ਰਹੀ। ਬਿਲਕੁਲ ਸਾਹਿਬ, ਬਿਲਕੁਲ। ਇਹ ਥੋੜੀ ਜਿੰਨਾ ਕੋ ਪਾਵਰ ਆ ਗਈ ਕੁਝ ਸਮੇਂ ਵਾਸਤੇ ਲੋਕਾਂ ਨੇ ਇਹਨਾਂ ਨੇ ਚਾਹੇ ਉਹਨਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਲਈਆਂ ਜਾਂ ਕਿਸੇ ਤਰੀਕੇ ਨਾਲ ਵੋਟਾਂ ਲੈ ਲਈਆਂ ਜਾਂ EVM ਬਾਬਾ ਜਿੰਦਾਬਾਦ ਵੋਟਾਂ ਲੈ ਕੇ ਅੱਜ ਲੋਕਾਂ ਨੂੰ ਕੁੱਟਦੇ ਪਏ ਨੇ। ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਮਤਲਬ ਮਲੂਕਾ ਸਾਹਿਬ ਨੇ ਕੁੜੀ ਦੇ ਹੱਥ ਚੁੱਕਿਆ ਸੀ ਤੇ ਕਿੰਨੀ ਲਾਲਾ ਹੋਈ ਸੀ। ਹਾਂ, ਕੀ ਬਾਤ ਹੈ। ਉਹਨੂੰ ਕਿੰਨੇ ਹੱਕ ਦਿੱਤਾ ਸੀਗਾ ਕੁੜੀ ਦੇ ਹੱਥ ਚੁੱਕਣ ਦਾ? ਉਹ ਗੱਲ ਹੋਈ ਨਾ, ਸਾਡੇ ਸਟੂਡੀਓ 'ਚ ਆ ਕੇ ਗੱਲ ਕੀਤੀ, ਅਸੀਂ ਉਹਨਾਂ ਨਾਲ ਪੁੱਛੇ ਸਵਾਲ, ਅਸੀਂ ਕਿਹੜਾ ਝਿਜਕੇ ਸੀ। ਸੋ ਗੱਲ ਤੇ ਇਹ ਬਣਦੀ ਆ ਕਿ ਜੇ ਇਹ ਲੋਕ ਚੁਣੇ ਹੋਏ ਨੁਮਾਇੰਦੇ ਨੇ, ਇਹਨਾਂ ਨੂੰ ਇਹ ਥੋੜੀ ਕਿ ਇਹ ਕੋਈ ਭਾਰਤ ਸਰਕਾਰ ਦੇ ਹੁਕਮ ਤੇ ਹੋਇਆ ਵੀ ਅਸੀਂ ਉਹਦੀ ਕੋਈ ਵਿਰੋਧਤਾ ਕਰ ਰਹੇ ਹਾਂ। ਇਹ ਸਗੋਂ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਭਾਰਤ ਨੂੰ। ਇਹ ਅਜਿਹੇ ਕਰੂਰ ਚਿਹਰੇ ਨੇ ਜਿਹੜੇ ਨੰਗੇ ਹੋਣੇ ਚਾਹੀਦੇ ਨੇ ਤੇ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਤੇ ਉੱਥੋਂ ਦੀ ਕੋਰਟ ਨੂੰ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਵੀ ਸਾਡੇ ਦੇਸ਼ ਦੇ ਇਨੋਸੈਂਟ ਨਾਗਰਿਕਾਂ ਦੇ ਕਾਤਲਾਂ ਨੂੰ ਅਸੀਂ ਆਹ ਸਜ਼ਾ ਦਿੱਤੀ ਹੈ। ਪੁਆਇੰਟ ਇਜ਼ ਦਿਸ।
ਬਿਲਕੁਲ ਮੈਂ ਵੀਰ ਦੀ ਗੱਲ ਨਾਲ ਸਹਿਮਤ ਹਾਂ ਕਿ ਉਹ ਵੀ ਸੁਸਾਈਡਰ ਜਿਹੜੇ ਨੇ ਉਹ ਆਪਣੇ ਬੰਨ ਕੇ ਆਉਂਦੇ ਨੇ ਆਪਣੇ ਸਰੀਰ ਦੇ ਉੱਤੇ, ਤੇ ਉਹਨਾਂ ਨੂੰ ਪਤਾ ਕਿ ਅਸੀਂ ਤੇ ਜਾਣਾ। ਇਹ ਵੀ ਉਸ ਤਰ੍ਹਾਂ ਹੀ ਆਏ ਸੀ, ਪਰ ਇਹਨਾਂ ਨੂੰ ਭੁਲੇਖਾ ਸੀ ਅਸੀਂ ਤੇ ਕੁਚਲ ਕੇ ਨਿਕਲ ਜਾਣਾ। ਹੁਣ ਇਹ ਥੋੜੀ ਅਗਲੇ ਨੇ ਚੂੜੀਆਂ ਪਾਈਆਂ ਸੀ, ਉਹ ਵੀ ਠੀਕ ਹੈ। ਜੋ ਕੁਝ ਹੋਇਆ ਇਹਨੂੰ ਬਰਾਬਰ ਦੇ ਮੁਕੱਦਮੇ ਹੋਏ ਨੇ, ਪਰ ਸ਼ੁਰੂਆਤ ਕਿਹਨੇ ਕੀਤੀ? ਵੇਖਣਾ ਤੇ ਇਹ ਪਊਗਾ। ਜਿਹੜੇ 2 ਵੀਡੀਓ ਸਾਹਮਣੇ ਆਏ ਨੇ ਉਹਦੇ ਬਾਰੇ ਤੁਹਾਡਾ ਕੀ ਨਜ਼ਰੀਆ, ਕੀ ਕਹਿਣਾ ਚਾਹੋਗੇ? ਹਾਂ ਤਬਰ ਇੱਕ ਤਾਂ ਵੀਡੀਓ ਸਾਹਮਣੇ ਇਹ ਆਇਆ ਕਿ ਇੱਕ ਗੱਡੀ ਭੀੜ ਹੈਗੀ ਆ ਤੇ ਉਹ ਗੱਡੀਆਂ ਲਾਉਂਦੇ ਨੇ, ਬਹੁਤ ਤੇਜ਼ ਗੱਡੀਆਂ ਜਾਂਦੀਆਂ ਨੇ। ਤੇ ਇੱਕ ਤਾਂ ਇਹ ਵੀਡੀਓ ਦੂਰ ਦੀ ਵੀਡੀਓ ਆ, ਇਹ ਮਤਲਬ ਲੌਂਗ ਸ਼ਾਟ ਹੈਗਾ। ਇੱਕ ਵੀਡੀਓ ਹੈਗੀ ਆ ਕਿ ਗੱਡੀ ਆਉਂਦੀ ਆ, ਤੇਜ਼ ਗੱਡੀ ਆ, ਕਿਸਾਨ ਆਰਾਮ ਨਾਲ ਤੁਰੇ ਜਾ ਰਹੇ ਨੇ ਰਸਤੇ ਨੂੰ। ਬਿਲਕੁਲ। ਗੱਡੀ ਕਿਸਾਨਾਂ ਨੂੰ ਕੁਚਲ ਦਿੰਦੀ ਆ, ਗੱਡੀ ਕਿਸਾਨ ਨੂੰ ਕੁਚਲ ਕੇ ਤੇ ਖਾ ਕਰਕੇ ਭਜਾ ਲੈਂਦੀ ਹੈ। ਇੱਕ ਇਹ ਵੀਡੀਓ ਸਾਹਮਣੇ ਆਈ ਆ ਜਿਹੜੀ ਸਪਸ਼ਟ ਕਰਦੀ ਆ ਵੀ ਕਿਸਾਨਾਂ ਨੇ ਕੁਝ ਨਹੀਂ ਕੀਤਾ। ਜਿਵੇਂ ਕਿ ਜਿਹੜਾ ਜੋ ਮਿਸ਼ਰਾ ਸੀਗਾ ਕਹਿੰਦਾ ਸੀਗਾ, ਜਿਹੜਾ ਰਾਜ ਮੰਤਰੀ ਆ, ਕਿ ਪਹਿਲਾਂ ਪਥਰਾ ਕੀਤਾ ਉਹਨਾਂ ਨੇ, ਇਹ ਕੀਤਾ, ਉਹ ਸਿਰਫ ਕਾਲੀਆਂ ਝੰਡੀਆਂ ਲੈ ਕੇ ਉੱਥੇ ਕਰ ਰਹੇ ਸੀਗੇ, ਕਿਉਂਕਿ ਮਿਸ਼ਰੇ ਨੇ ਬਿਆਨ ਦਿੱਤਾ ਸੀਗਾ ਇਹ ਕਿ ਸੁਧਰ ਜਾਓ ਤੁਸੀਂ। ਉਹਦੇ ਵਿਰੋਧ ਤੱਕ ਖੜੇ ਸੀਗੇ ਉਹ, ਤੇ ਉਹ ਪਿੱਠ ਸੀਗੀ ਉਹਨਾਂ ਦੀ, ਤੇ ਪਿੱਛੋਂ ਆ ਕੇ ਗੱਡੀਆਂ ਨੇ ਆ ਕੇ ਦਰੜਿਆ ਉਹਨਾਂ ਨੂੰ। ਤੇ ਇੱਕ ਤੀਜੀ ਵੀਡੀਓ ਹੋਰ ਆ ਗਈ ਆ, ਜਦੋਂ ਦਰੜੇ ਗਏ ਤੇ ਕਿਸਾਨ ਬਚਾਉਣ ਲੱਗੇ ਆਪਣੇ ਆਪ ਨੂੰ, ਤਾਂ ਇੱਕ ਤਾਕੀ ਖੋਲ ਕੇ ਬੰਦਾ ਨਿਕਲਦਾ ਰੋਡਾ, ਤੇ ਉਹਨੂੰ ਕਿਹਾ ਜਾ ਰਿਹਾ ਕਿ ਉਹ ਹੀ, ਉਹ ਕਹਿੰਦੇ ਨੇ ਉੱਥੇ ਨਹੀਂ ਸੀਗਾ, ਜਿਹੜਾ ਅਮੀਸ਼ ਜਿਹੜਾ ਹੈਗਾ ਨਾ ਜੀ, ਆਸ਼ੀਸ਼ ਜਿਹੜਾ ਹੈਗਾ ਉੱਥੇ, ਉਹਦਾ ਮਿਸ਼ਰਾ ਸੀਗਾ, ਉਹਦਾ ਬੇਟਾ, ਉਹ ਕਹਿੰਦੇ ਉੱਥੇ ਹੈ ਨਹੀਂ ਸੀਗਾ। ਉਹ ਉੱਥੋਂ ਨਿਕਲ ਕੇ ਭੱਜਦਾ ਉਹ ਉੱਥੋਂ, ਉਹ ਤੀਜੀ ਵੀਡੀਓ ਵਿੱਚ। ਬਾਕੀ ਤਿੰਨੇ ਵੀਡੀਓ ਸਾਬਤ ਕਰਦੀਆਂ ਕਿ ਉਹ ਘਟਨਾਕ੍ਰਮ ਟੋਟਲੀ ਕਿਸਾਨਾਂ ਦਾ ਕੋਈ ਕਸੂਰ ਨਹੀਂ, ਟੋਟਲੀ ਰਾਜ ਮੰਤਰੀ ਦੇ ਮੁੰਡੇ ਵੱਲੋਂ ਕੀਤਾ ਗਿਆ ਕਾਂਡ ਆ ਉਹ। ਬੀਤੀ ਰਾਤ ਜਿਹੜੇ ਸਾਡੇ ਰਾਤ ਦੇ ਪ੍ਰੋਗਰਾਮ ਦੇ ਲਿਸਨਰ ਨੇ, ਦਰਸ਼ਕ ਨੇ, ਪ੍ਰੋਗਰਾਮ ਵੈਸੇ ਉਹ ਸਾਡਾ ਰਿਪੀਟ ਹੁੰਦਾ ਹੈ 8 ਤੋਂ 12 ਦੇ ਦਰਮਿਆਨ। ਮਿੰਟੂ ਹੋਣਾ ਨੇ ਅਕੀਦਾ ਸਾਹਿਬ ਤੋਂ ਬਾਅਦ ਪੂਰੇ 16-17 ਮਿੰਟ ਲਗਾਤਾਰ ਇਸ ਦੇ ਉੱਤੇ ਚਾਨਣਾ ਪਾਇਆ, ਔਰ ਇਹਨੂੰ ਵੱਖ-ਵੱਖ ਪੁਆਇੰਟ, ਵੱਖ-ਵੱਖ ਐਂਗਲ ਤੋਂ ਦੱਸਿਆ ਕਿ ਕਿਵੇਂ ਇਸ ਮਿਸਰੇ ਨੂੰ ਪੁਲਿਸ ਆਪਣੀ ਨਿਗਰਾਨੀ ਹੇਠ ਉੱਥੋਂ ਖੇਤਾਂ ਦੇ ਵਿੱਚੋਂ ਦੀ ਲੈ ਕੇ ਗਈ ਹੈ। ਗੰਨੇ ਦੇ ਖੇਤ ਸੀ ਜੀ, ਕਿਉਂਕਿ ਉੱਥੇ ਮਤਲਬ ਗੰਨਾ ਬਹੁਤ ਹੁੰਦਾ ਹੈ। ਇੱਕ ਇਹੋ ਜਿਹਾ ਵੀ ਕਿ ਉੱਥੇ ਇੱਕ ਬੰਦਾ ਫੜਾਇਆ ਗਿਆ ਕਿ ਉਹ ਬਿਲਕੁਲ ਠੀਕ ਠਾਕ ਸੀ, ਤੇ ਬਾਅਦ ਦੇ ਵਿੱਚ ਉਹਦੀ ਬੋਡੀ ਮਿਲੀ ਹੈ। ਇਹ ਵੀ ਗੱਲ ਕੀਤੀ ਗਈ। 3 ਤਰ੍ਹਾਂ ਦੀਆਂ ਜਿਹੜੀਆਂ ਨੇ ਵੀਡੀਓ ਦੀ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਡੈਫੀਨੇਟਲੀ ਪੁਲਿਸ ਦੀ ਇਹ ਨਿਗਰਾਨੀ ਹੇਠ, ਉੱਥੇ ਸੁਰੱਖਿਆ ਦੇ ਹੇਠ ਉੱਥੋਂ ਨਿਕਲਿਆ, ਤੇ ਨੇ ਗੋਲੀ ਜਿਹੜੀ ਚਲਾਈ ਆ ਉਹਦੇ ਤੇ ਇੱਕ ਸਵਾਲ ਉੱਠਦਾ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹਦੇ ਸਿਰ 'ਚ ਵੱਜੀ ਹੈ, ਜੇ ਪੋਸਟਮਾਰਟਮ ਦੇ ਉੱਤੇ ਕੀ ਕੋਈ ਦੱਸਿਆ ਜਾ ਰਿਹਾ। ਖੈਰ ਐਨੀਵੇ, ਦੈਨਿਕ ਜਾਗਰਣ ਅਖਬਾਰ ਹੈ, ਪਤਾ ਲੱਗਾ ਕਿ ਉਹਦਾ ਲਗਾਤਾਰ ਵਿਰੋਧ ਹੋ ਰਿਹਾ, ਉਹਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ। ਕੀ ਮਾਮਲਾ ਹੈ? ਸੇਮ ਆ ਚਾਵਲਾ ਸਾਹਿਬ, ਜਿਹੜਾ ਇੱਕ ਤਾਂ ਅਮਰਜਲਾ ਅਖਬਾਰ ਤਾਂ ਕਹਿੰਦਾ ਵੀ ਉੱਥੇ ਕਿਸਾਨਾਂ ਦੇ ਵਿੱਚ ਜਿਹੜੇ ਕਿ ਨਾ ਗੱਡੀ ਬੜੀ ਕਿਸਾਨਾਂ ਵਿੱਚ, ਤੇ ਉਹਨਾਂ ਨੇ ਦਰੜੇ ਕਿਸਾਨ 8 ਮਰੇ। ਤੇ ਜਾਗਰਣ ਕਹਿ ਰਿਹਾ ਕਿ ਕਿਸਾਨ ਪੱਧਰੀ ਕਿਸਾਨਾਂ ਦੇ ਉਹਦੇ ਹੁੜਦੰਗ ਪਿੱਛੇ 8 ਮਰੇ, ਉਹਦੇ ਕਿਸਾਨਾਂ ਦੇ ਉੱਪਰ ਦੋਸ਼ ਮੜਦਾ ਜਾਗਰਣ ਨੇ। ਜਾਗਰਣ ਦੇ ਖਿਲਾਫ ਬੜੀ ਵੱਡੀ ਅੱਖ ਭੜਕ ਰਹੀ ਹੈ ਯੂਪੀ ਦੇ ਵਿੱਚ। ਉਹਨਾਂ ਨੇ ਲੋਕਾਂ ਨੇ ਜਾਗਰਣ ਦੀਆਂ ਜਿਹੜੀਆਂ ਕਾਪੀਆਂ ਸਾੜੀਆਂ ਨੇ, ਕਾਪੀਆਂ ਸਾੜ ਕੇ ਉਹਨਾਂ ਨੇ 2 ਧੜੇ ਜਿਹੜੇ ਕਿ ਨਾਲੇ ਜਾਗਰਣ ਦੇ ਵਿਰੁੱਧ ਸੋਸ਼ਲ ਮੀਡੀਆ ਉੱਪਰ ਉਹਦੀਆਂ ਫੋਟੋਆਂ ਤਾਰ ਕੇ ਕਿਹਾ ਜਾ ਰਿਹਾ ਕਿ ਆਹ ਵੀ ਦੇਖ ਲਾ ਤੂੰ, ਆਹ ਦੇਖ, ਆਹ ਵੀ ਲਿਖ, ਫਿਰ ਜਿਹੜੀ ਵੀਡੀਓ ਸਾਹਮਣੇ ਆਈ ਇਹ ਵੀ ਲਿਖੋ ਕੱਲ ਨੂੰ, ਤੇ ਇਹ ਵੀ ਕਿਹਾ ਜਾ ਰਿਹਾ। ਤੇ ਜਿਹੜਾ ਕਿ ਇੱਕ ਅਮੀਸ਼ ਦੇਵਗਨ ਐਂਕਰ ਹੈਗਾ ਨਿਊਜ਼ 18 ਦਾ, ਉਸ ਨੇ ਕਿਹਾ ਕਿ ਜਿਹੜੇ ਕਿਸਾਨ ਹੈਗੇ ਆ ਉਹਨਾਂ ਨੇ ਹੀ ਉੱਥੇ ਖਤਰਨਾਕ ਕੰਮ ਕੀਤਾ। ਅਵਿਸ਼ਾਰ ਜਵਾਬ ਦਿੱਤਾ ਉਹਨੂੰ, ਉਹਦਾ ਜਵਾਬ ਦੇ ਰਿਹਾ, ਅਵਿਸ਼ਾਰ ਸ਼ਰਮਾ। ਉਹ ਕਹਿੰਦਾ ਵੀ ਤੈਨੂੰ ਕਿੱਥੋਂ ਪਤਾ ਲੱਗਿਆ ਇਹ ਵੀ ਉਹਨਾਂ ਨੇ ਕੀਤਾ? ਥੋੜਾ ਜਿਹਾ ਦਿਖਾ ਇਹ ਵੀਡੀਓ। ਉਹ ਵੀਡੀਓ ਨੂੰ ਸ਼ੇਅਰ ਕਰਦਾ ਸੀ ਵੀਡੀਓ ਉੱਪਰ, ਆਹ ਵੀਡੀਓ ਦਿਖਾ, ਆਪਣੇ ਜਿਹੜਾ ਦਮ ਰੱਖ ਤੇ ਜਿਹੜਾ ਕਰਕੇ ਦਿਖਾ ਆਪਣੇ ਟੀਵੀ ਚੈਨਲ ਦੇ ਉੱਪਰ ਆਹ ਵੀਡੀਓ। ਉਹ ਕਹਿੰਦਾ ਤੂੰ ਪੱਤਰਕਾਰ ਨਹੀਂ ਹੈਗਾ, ਅਵਿਸ਼ਾਰ ਨੂੰ ਕਹਿੰਦਾ ਉਹ, ਤੂੰ ਪੱਤਰਕਾਰ ਨਹੀਂ ਹੈਗਾ, ਤੇ ਤੂੰ ਤਾਂ ਵੈਸੇ ਏਜੰਡਾ ਸੈੱਟ ਕਰਦਾ। ਉਹ ਕਹਿੰਦਾ ਏਜੰਡਾ ਸੈੱਟ ਕਰਦਾ ਠੀਕ ਆ, ਕਹਿੰਦਾ ਤੂੰ ਬੜੇ ਰੌਲੇ ਪਾਏ ਸੀਗੇ ਤਬਲੀਗੀ ਜਮਾਤ ਵੇਲੇ, ਵੀ ਤਬਲੀਗੀ ਵੇਲੇ ਉਹ ਮੁਸਲਮਾਨ ਬੜੇ ਉੱਥੇ ਉਹਨਾਂ ਨੇ ਕੰਮ ਕੀਤਾ ਜੀ, ਤਬਲੀਗੀ ਨੇ ਸਾਰਾ ਕੁਝ ਮੜਿਆ ਸੀ ਉਹਨਾਂ ਦੇ ਉੱਪਰ। ਅੱਜ ਤੱਕ ਤੂੰ ਇੱਕ ਵੀ ਸਬੂਤ ਨਹੀਂ ਪੇਸ਼ ਕਰ ਸਕਿਆ, ਨਾ ਹੀ ਤੈਂ ਫੋਲੋ ਕੀ ਉਹ ਨਿਕਲਿਆ। ਇਹ ਝੂਠਾ ਪੱਤਰਕਾਰ, ਬਲਕਿ ਪੱਤਰਕਾਰਾਂ ਦੇ ਵਿੱਚ ਇੱਕ ਜੰਗ ਸ਼ੁਰੂ ਹੋ ਗਈ ਆ, ਜਿਵੇਂ ਦੈਨਿਕ ਜਾਗਰਣ ਦੇ ਖਿਲਾਫ ਸ਼ੁਰੂ ਹੋ ਰਿਹਾ, ਏਦਾਂ ਐਂਕਰਾਂ ਦੇ ਖਿਲਾਫ ਇੱਕ ਜੰਗ ਸ਼ੁਰੂ ਹੋਈ ਆ। ਇਹ ਯੂਪੀ ਦੇ ਘਟਨਾਕ੍ਰਮ ਤੋਂ ਬਾਅਦ ਵਧੀਆ ਚਾਵਲਾ ਸਾਹਿਬ। ਦੋਸਤੋ, ਵੌਇਸ ਆਫ ਸਿਟੀ 1320 AM ਤੇ ਅਸੀਂ ਇਹ ਪੈਨਲ ਜਿਹੜਾ ਸਾਡਾ ਰਾਤ ਦੀ ਪ੍ਰੋਗਰਾਮ ਦੀ ਤਰ੍ਹਾਂ ਹੀ ਰੱਖਾਂਗੇ। ਇਹਦੇ ਵਿੱਚ ਅਸੀਂ ਸਿਰਫ ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਤੇ ਐਂਡ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ। ਰਾਤ ਨੂੰ ਤਕਰੀਬਨ ਹਾਫ ਐਨ ਆਵਰ, ਕੀਦਾ ਸਾਹਿਬ ਮੋਰ ਦਨ ਹਾਫ ਐਨ ਆਵਰ ਵੀ ਕਿਸੇ ਵੇਲੇ ਲੱਗ ਜਾਂਦੇ ਨੇ।
ਉਹਦੇ ਇਨ ਬੀਟਵੀਨ ਅਸੀਂ 1 ਜਾਂ 2 ਮਿੰਟ ਦੀ ਕਮਰਸ਼ੀਅਲ, ਜੇ ਸਾਡਾ ਟਾਈਮ ਲੱਗੇ ਤਾਂ ਜਿਹੜੀ ਜ਼ਰੂਰੀ ਰਹਿ ਜਾਵੇ ਲੈਂਦੇ ਹਾਂ, ਔਰ ਰਾਤ ਨੂੰ ਤੇ ਸਵੇਰ ਨੂੰ ਇਹ ਸੇਮ ਹੀ ਹੋਇਆ ਕਰੇਗਾ। ਸਰਦਾਰ ਜਸਵੀਰ ਸਿੰਘ ਪੱਟੀ ਆਉਣਗੇ, ਇਨ ਬੀਟਵੀਨ ਸਾਡੀ ਕੋਈ ਕਮਰਸ਼ੀਅਲ ਨਹੀਂ ਹੁੰਦੀ। ਲੋਕ ਭਾਵੇਂ ਲੱਖ ਟਰਾਂਟੋ ਦੇ ਮੀਡੀਆ ਨੂੰ ਸਬਜ਼ੀਆਂ ਵੇਚਣ ਵਾਲਾ ਕਹੀ ਜਾਵੇ, ਪਰ ਸਾਡੀ ਕੋਸ਼ਿਸ਼ ਹੈ ਕਿ ਧੋਣੇ ਧੋਈਏ, ਔਰ ਕਿਸੇ ਹੱਦ ਤੱਕ ਅਸੀਂ ਕਾਮਯਾਬ ਵੀ ਹਾਂ। ਔਰ ਇਹ ਬੇਨਤੀ ਕਰ ਦਈਏ ਕਿ ਜਦੋਂ ਤੁਸੀਂ ਸੁਣੋਗੇ, ਜੇ ਚੰਗਾ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸਾਂਝਾ ਕਰ ਦਿਓ। ਵੌਇਸ ਆਫ ਸਿਟੀ 1320 AM ਤੇ ਚਾਵਲਾ ਨਿਊਜ਼ ਨੈਟਵਰਕ CNN ਟੋਰਾਂਟੋ। ਅਗਲਾ ਸਵਾਲ ਹੈ, ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੀ ਇੱਕ ਵੀਡੀਓ ਦੇਖ ਰਿਹਾ ਸੀ, ਦੀਪਿੰਦਰ ਹੁੱਡਾ, ਕੁਲਦੀਪ ਵਤਸ ਔਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਸਮੇਤ 100 ਨੇਤਾਵਾਂ ਦੇ ਖਿਲਾਫ ਜਿਹੜੇ ਨੇ ਫੌਜਦਾਰੀ ਕੇਸ ਦਰਜ ਹੋਏ ਨੇ। ਪ੍ਰਿਯੰਕਾ ਵਾਡਰਾ ਦੀ ਵੀ ਗ੍ਰਿਫਤਾਰੀ ਪਾਈ ਗਈ ਹੈ, ਕੀ ਕਹਿਣਾ ਚਾਹੋਗੇ? 30 ਘੰਟੇ ਬਾਅਦ 30 ਘੰਟੇ ਸੀਤਾਪੁਰ ਇੱਕ ਗੈਸਟ ਹਾਊਸ 'ਚ ਰੱਖਿਆ ਇਹਨਾਂ ਨੂੰ। ਗੈਸਟ ਹਾਊਸ ਤਾਂ ਫਿਰ ਨਹੀਂ ਸੀਗਾ, ਉਹ ਘਰ ਸੀਗਾ ਜਿੱਥੇ ਉਹ ਝਾੜੂ ਫੇਰਦੇ ਪਏ ਨੇ। ਹਾਂ, ਝਾੜੂ ਫੇਰਿਆ ਉਹਨਾਂ ਨੇ, ਉੱਥੇ ਗੰਦਗੀ ਸੀ ਪਈ ਉੱਥੇ ਪੂਰੀ, ਤੇ ਉੱਥੇ ਰੱਖਿਆ ਗਿਆ ਉਹਨਾਂ ਨੂੰ। ਤੇ 30 ਘੰਟਿਆਂ ਬਾਅਦ ਗ੍ਰਿਫਤਾਰੀ ਪਾਈ ਗਈ ਆ ਤੇ ਉਹਨਾਂ ਦੇ ਖਿਲਾਫ 47 ਧਾਰਾ ਦੇ ਤਹਿਤ ਕੇਸ ਦਰਜ ਕੀਤਾ ਗਿਆ। 1-2 ਹੋਰ ਫੌਜਦਾਰੀ ਕੇਸ ਦੀ ਧਾਰਾਵਾਂ ਲਾਈਆਂ ਨੇ ਉਹਦੀਆਂ, ਤੇ ਇਹਨਾਂ ਨੇ ਹੁੜਦੰਗ ਮਚਾਇਆ, ਇਹਨਾਂ ਨੇ ਇੱਥੇ ਜਿਹੜਾ ਕਿ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਵਗੈਰਾ ਵਗੈਰਾ। ਤੇ ਉਹਨਾਂ ਨੇ ਅੰਦਰ ਹੀ ਫਿਰ ਅਰੈਸਟ ਹੁੰਦਿਆਂ ਇੱਕ ਵੀਡੀਓ ਜਾਰੀ ਕੀਤੀ ਹੈ ਨਰਿੰਦਰ ਮੋਦੀ ਦੇ ਨਾਂ ਦੇ ਉੱਪਰ, ਤੇ ਉਹਨਾਂ ਨੇ ਦਿਖਾਇਆ ਵੀਡੀਓ ਦੇ ਵਿੱਚ ਮੋਦੀ ਦੇ ਨਾਂ ਦੇ ਉੱਪਰ ਉਹ ਵੀਡੀਓ ਦਿਖਾਉਂਦੇ ਕਿਹਾ ਵੀ ਮੋਦੀ ਜੀ ਤੁਸੀਂ ਲਖਨਊ 'ਚ ਅੱਜ ਆ ਰਹੇ ਹੋ, ਠੀਕ ਆ, ਤੁਸੀਂ ਲਖਨਊ ਤੋਂ ਜਿਹੜਾ ਲਖੀਮਪੁਰ ਮਹਿਜ 100-150 ਕਿਲੋਮੀਟਰ ਦੂਰ ਹੈਗਾ, ਤੁਸੀਂ ਇੱਥੇ ਵੀ ਆ ਸਕਦੇ ਹੋ। ਤੇ ਮੈਂ ਹੈਰਾਨ ਆ ਵੀ ਮੈਨੂੰ ਇੱਥੋਂ ਅਰੈਸਟ ਕੀਤਾ ਹੋਇਆ, ਬਹੁਤ ਸਾਰੇ ਆਗੂ ਅਰੈਸਟ ਕੀਤੇ ਹੋਏ ਨੇ, ਕੋਈ ਪ੍ਰੋਬਲਮ ਨਹੀਂ, ਪਰ ਜਿਨ੍ਹਾਂ ਬੰਦਿਆਂ ਨੇ ਕੁਚਲੇ ਨੇ ਦਰੜੇ ਨੇ ਕਿਸਾਨ, ਉਹ ਬਾਹਰ ਕਿਉਂ ਘੁੰਮਦੇ ਆ? ਤੁਹਾਡੇ ਮੰਤਰੀ ਬਾਹਰ ਕਿਉਂ ਘੁੰਮਦੇ ਆ? ਤੁਹਾਡੇ ਮੰਤਰੀਆਂ ਨੂੰ ਬਾਹਰ ਉਹ ਇਹਦੇ ਕੀ ਅਸੀਂ ਜਿਹੜੇ ਬੰਦੇ ਉਹਨਾਂ ਦੀ ਪੀੜ ਆਪਣੇ ਸਿਰ ਲੈਣ ਆਏ ਆ, ਉਹਨਾਂ ਦਾ ਦਰਦ ਜਾਣਨ ਆਇਆ, ਉਹਦਾ ਤੁਸੀਂ ਅਰੈਸਟ ਕਰ ਲਿਆ ਸਾਰੇ। ਤੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਮਾਰਿਆ, ਉਹ ਬੰਦੇ ਬਾਹਰ ਘੁੰਮਦੇ ਫਿਰਦੇ ਆ। ਮੋਦੀ ਜੀ ਮਾਰਿਆ ਦੇਖੋ ਆ ਕੇ ਕਿ ਤੁਸੀਂ ਇਹ ਤੁਹਾਡਾ ਠੀਕ ਹੈ, ਮੈਂ ਤੁਹਾਡੀ ਇਹ ਵੀਡੀਓ ਦੇਖ ਲਓ ਮਾੜੀ ਤੁਸੀਂ, ਕੀ ਤੁਸੀਂ ਇਹ ਠੀਕ ਕਰ ਰਹੇ ਹੋ? ਅੱਜ ਨਰਿੰਦਰ ਮੋਦੀ ਹੋਰਾਂ ਲਖਨਊ ਦੇ ਵਿੱਚ ਚਾਵਲਾ ਸਾਹਿਬ ਇੱਕ ਨਾ ਅੰਮ੍ਰਿਤ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਮਨਾਇਆ, 70ਵਾਂ ਮਹਾ ਉਤਸਵ। ਸ਼ਰਮ ਨਹੀਂ ਆਉਂਦੀ, ਮੈਂ ਮਾਫ ਕਰਨਾ, ਮੈਂ ਸੀਐਮ ਦੇ ਨਾਂ ਤੇ ਗੱਲ ਕਹਿ ਰਿਹਾ। ਇਹ ਇੱਕ ਪਾਸੇ 4 ਕਿਸਾਨ ਤੇ 4 ਹੋਰ ਬੰਦੇ, ਇੱਕ ਪੱਤਰਕਾਰ ਦੀ ਮੌਤ ਹੋ ਗਈ ਹੋਵੇ, ਦੂਜੇ ਪਾਸੇ ਮਹਿਜ਼ 100 ਕਿਲੋਮੀਟਰ ਦੂਰੀ ਦੇ ਉੱਪਰ ਮਹਾ ਉਤਸਵ ਮਨਾਇਆ ਜਾ ਰਿਹਾ ਪੀਐਮ ਵੱਲੋਂ, ਤੇ ਇੱਕ ਵੀ ਸ਼ਬਦ ਨਹੀਂ ਬੋਲਦੇ। ਇਸ ਤੋਂ ਘਟੀਆ ਗੱਲ ਕੀ ਹੋ ਸਕਦੀ ਹੈ ਚਾਵਲਾ ਸਾਹਿਬ ਜੀ? ਉਹੀ ਸੇਮ ਗੱਲ ਹੋਈ ਹੈ ਜਿੱਦਾਂ ਕਿ ਇੱਕ ਪਾਸੇ ਜਲਿਆਂਵਾਲੇ ਬਾਗ ਦਾ ਕਾਂਡ ਵਾਪਰਿਆ ਸੀਗਾ, ਦੂਜੇ ਪਾਸੇ ਮੋਦੀ ਜੀ ਉੱਥੇ ਬੋਲ ਰਹੇ ਸੀਗੇ ਇਲਾਹਾਬਾਦ ਦੇ ਵਿੱਚ, ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ ਉਹਨਾਂ ਨੇ ਜਲਿਆਂਵਾਲੇ ਬਾਗ ਦੇ ਮਾਮਲੇ ਵਿੱਚ। ਇਹ ਸੇਮ ਮੋਦੀ ਨੇ ਕੀਤਾ, ਇੱਕ ਵੀ ਸ਼ਬਦ ਨਹੀਂ ਬੋਲਿਆ। ਤੇ ਸਗੋਂ ਮਹਾਉਤਸਵ ਕਾਹਦਾ ਮਹਾਉਤਸਵ? ਇੱਕ ਬੰਦੇ ਮਰ ਰਹੇ ਨੇ, ਦੁਨੀਆ ਭਰ ਦੇ ਵਿੱਚ ਬੰਦਿਆਂ ਦੀ ਮੌਤ ਹੋ ਗਈ, ਤੇ ਉਹਨਾਂ ਦੇ ਘਰ ਦੇ 70 ਵਿਚ ਗਏ, ਰੋਣਾ ਪਿੱਟਣਾ ਪਿਆ ਘਰ ਦੇ ਵਿੱਚ, ਤੇ ਮੋਦੀ ਜੀ ਸਾਡੇ ਜਸ਼ਨ ਲਾ ਰਹੇ ਨੇ ਤੇ ਖੁਸ਼ੀਆਂ ਮਨਾਉਣ ਲੱਗ ਰਹੇ ਨੇ ਮੋਦੀ ਜੀ ਮਾਰੇ। ਜਿਹੜਾ ਪੱਤਰਕਾਰ ਸਾਡਾ ਭਾਈਚਾਰੇ ਦਾ ਰਮਨ ਕਸ਼ਯਪ ਹੈ, ਉਹ ਵੀ ਮਾਰਿਆ ਗਿਆ, ਉਹਦਾ ਮੁਆਵਜ਼ਾ ਦੇਣ ਲਈ ਪੱਤਰਕਾਰਾਂ ਨੇ ਕੀਤਾ ਪ੍ਰਦਰਸ਼ਨ, ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਉਹਨਾਂ ਦੀ ਰਮਨ ਦੇਖੋ ਉਹ ਉੱਥੇ ਕਵਰੇਜ ਕਰ ਰਹੇ ਸੀਗੇ, ਇੱਕ ਨਿੱਜੀ ਚੈਨਲ ਦੇ ਪੱਤਰਕਾਰ ਸੀਗੇ ਉਹ, ਤੇ ਉਹਨਾਂ ਨੂੰ ਕਹਿੰਦੇ ਛੱਡਿਆ ਜਾ ਰਿਹਾ। 45 ਲੱਖ ਮ੍ਰਿਤਕਾਂ ਨੂੰ ਦੇਣਾ ਮੁਆਵਜ਼ਾ ਸਰਕਾਰ ਨੇ, ਇਹ ਜਿਹੜਾ ਕਿ ਸਮਝੌਤਾ ਹੋਇਆ ਹੈਗਾ, ਤੇ ਪੱਤਰਕਾਰ ਨੂੰ ਛੱਡਿਆ ਜਾ ਰਿਹਾ। ਪੱਤਰਕਾਰ ਨੂੰ ਕਿਉਂ ਨਹੀਂ ਮਿਲ ਰਿਹਾ ਜਦੋਂ ਕਿ ਸਾਰੇ ਮ੍ਰਿਤਕਾਂ ਦੇ ਵਾਸਤੇ ਤੈਅ ਹੋ ਗਿਆ ਹੈ? ਤੇ ਪੱਤਰਕਾਰ ਨੂੰ ਮਿਲਣਾ ਚਾਹੀਦਾ। ਉਸੇ ਪੱਤਰਕਾਰਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਤੇ 50 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਪੱਤਰਕਾਰ ਦੇ ਪਰਿਵਾਰ ਵਾਸਤੇ, ਇੱਕ ਨੌਕਰੀ ਦੀ, ਉਹਦੀ ਘਰ ਵਾਲੀ ਨੂੰ ਨੌਕਰੀ ਵਾਸਤੇ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਸਾਰਿਆਂ ਨੂੰ ਲਾਭਬੰਦ ਤੇ ਚਾਵਲਾ ਸਾਹਿਬ ਜੇ ਪੱਤਰਕਾਰ ਇਕੱਠੇ ਹੋਏ ਨੇ ਸਾਰੇ, ਉੱਥੇ ਲਖੀਮਪੁਰ ਦੇ ਪੱਤਰਕਾਰ ਸਾਰੇ ਇਕੱਠੇ ਹੋ ਗਏ ਉੱਥੇ ਉਸੇ ਪੱਖ ਵਿੱਚ। ਏਦਾਂ ਸਾਰੇ ਭਾਰਤ ਦੇ ਪੱਤਰਕਾਰਾਂ ਨੂੰ, ਜਿਹੜੇ ਘੱਟ ਤੋਂ ਘੱਟ ਜਿਹੜੇ ਪੱਤਰਕਾਰ ਐਥਿਕ ਮੁਤਾਬਕ ਜੀ ਰਹੇ ਨੇ, ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਨਵਾਂ ਜ਼ਮਾਨਾ ਦੇ ਵਿੱਚ ਛਪਿਆ ਸੀ, ਮੈਂ ਸ਼ੋਰ ਨਹੀਂ ਹਾਂ, ਮੈਂ ਵੇਖ ਰਿਹਾ ਸੀ ਲੇਖ, ਕਿ ਨੀਰੂ ਹੁਣ ਬੰਸਰੀ ਨਹੀਂ ਵਜਾਉਂਦਾ। ਵਿਦੇਸ਼ ਜਾ ਰਿਹਾ ਸੀ ਤੇ ਨੀਰੂ ਬੰਸਰੀ ਜਾਂਦਾ, ਮੈਂ ਸਮਝਿਆ ਨਹੀਂ। ਨੀਰੂ ਹੁਣ ਬੰਸਰੀ ਨਹੀਂ ਵਜਾਉਂਦਾ, ਇੱਕ ਆਰਟੀਕਲ ਸੀ, ਵਿਅੰਗ ਸੀ, ਪਿਛਲੇ ਦਿਨ ਛਪਿਆ ਸੀ, ਮੈਂ ਲਾਈਨ ਅਪ ਕੀਤਾ ਸੀ ਤੇ ਮੈਂ ਦੇਖ ਰਿਹਾ ਸੀ ਵੀ ਸ਼ਾਇਦ ਨੀਰੂ ਹੁਣ ਬੰਸਰੀ ਨਹੀਂ ਵਜਾਉਂਦਾ, ਜਾਂ ਹੇਅਰ ਯੂ ਗੋ, ਨੀਰੂ ਹੁਣ ਬੰਸਰੀ ਨਹੀਂ ਵਜਾਉਂਦਾ। ਇਹ ਵਿਅੰਗ ਆ ਕਿਸੇ ਨੇ ਕੀਤਾ, ਲਲਕਾਰ ਮੈਗਜ਼ੀਨ ਦੇ ਵਿੱਚ ਛਪਿਆ ਜੀ। ਸਾਰੀ ਨਵਾਂ ਜ਼ਮਾਨਾ 'ਚ ਨਹੀਂ ਹੈ, ਕਿਉਂਕਿ 21ਵੀਂ ਸਦੀ ਦੇ ਨੀਰੂ 2000 ਪਹਿਲਾਂ ਦੇ ਨੀਰੂ ਨਾਲੋਂ ਕੁਝ ਵੱਖਰੇ ਹਨ। ਨੀਰੂ ਹੁਣ ਬੰਸਰੀ ਨਹੀਂ ਵਜਾਉਂਦੇ। ਕੋਸ਼ਿਸ਼ ਕਰਾਂਗਾ, ਕਿਉਂਕਿ ਅਖਬਾਰਾਂ ਬੋਲਦੀਆਂ ਸੈਗਮੈਂਟ ਸਾਡੇ ਰਾਤ ਦੇ ਸਰੋਤਿਆਂ ਦੀ ਰੂਹ ਦੀ ਖੁਰਾਕ ਹੈ,
ਤੇ ਤੁਹਾਨੂੰ ਸੁਣਾਵਾਂਗੇ ਇਹੋ ਜਿਹੇ ਵਿਅੰਗ ਅਸੀਂ ਰਾਤ ਨੂੰ ਵੀ ਸੁਣਾਉਂਦੇ ਹਾਂ, ਦਿਨੇ ਵੀ ਸੁਣਾਇਆ ਕਰਾਂਗੇ ਤੁਹਾਨੂੰ ਕਿ ਨੀਰੂ ਹੁਣ ਬੰਸਰੀ ਨਹੀਂ ਵਜਾਉਂਦਾ। 2000 ਸਾਲ ਪਹਿਲਾਂ ਦਾ ਜਿਹੜਾ ਨੀਰੂ ਸੀ ਉਹ ਡਿਫਰੈਂਟ ਸੀ, ਕਹਿੰਦੇ ਹੁਣ ਦੇ ਨੀਰੂ ਜਿਹੜੇ ਨੇ ਉਹ ਡਿਫਰੈਂਟ ਨੇ, ਹੁਣ ਉਹ ਬੰਸਰੀ ਨਹੀਂ ਵਜਾਉਂਦੇ। ਦੇਸ਼ ਚੱਲ ਰਿਹਾ ਤੇ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇੱਕ ਵੀ ਲਫ਼ਜ਼ ਇਸ ਏਡੀ ਵੱਡੀ ਕਾਂਡ ਦੇ ਉੱਤੇ ਨਾ ਹੋਣਾ ਬੜਾ ਕੁਐਸਚਨ ਬੜਾ ਵੱਡਾ ਬਣਦਾ ਹੈ। ਬਹੁਤ ਬਹੁਤ ਸ਼ੁਕਰੀਆ, ਕੱਲ ਨੂੰ ਮਿਲਦੇ ਹਾਂ। ਥੈਂਕ ਯੂ ਵੈਰੀ ਮਚ। ਰੱਬ ਰਾਖਾ। ਸਤਿ ਸ੍ਰੀ ਅਕਾਲ ਸਾਹਿਬ। ਇੱਕ ਬੇਨਤੀ ਕਰਨੀ ਸੀਗੀ, ਜੇਕਰ ਆਪਣੇ ਦਰਸ਼ਕ ਇਹ ਸੁਣ ਰਹੇ ਹੋਣੇ ਸਾਰੇ ਸਰੋਤੇ ਵੀ, ਸਾਰਾ ਟੀਮ ਤੁਹਾਡੀ ਆਪਣੀ ਸਾਰੀ ਟੀਮ ਸੁਣ ਰਹੀ ਹੈ, ਤੁਸੀਂ ਨਾ ਇੱਕ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਕਿ ਸਿੱਖ ਇਤਿਹਾਸ ਦੇ ਪੰਨੇ ਮੇਰੇ 5-15 ਮਿੰਟ ਦੇ ਵਧੀਆ, ਬਹੁਤ ਵਧੀਆ ਗੱਲ ਹੈ। ਸਿੱਖ ਇਤਿਹਾਸ ਦੇ ਪੰਨੇ ਸ਼ੁਰੂ ਹੋਣਗੇ, ਤੁਸੀਂ ਪਹਿਲਾਂ ਵੀ ਆਪਾਂ ਚਲਾਇਆ ਇਸ ਵਿੱਚ। ਜੀ ਇੱਕ ਨਾ ਸਾਡੇ ਸੱਭਿਆਚਾਰ ਵਿੱਚ ਅਲੋਪ ਹੋ ਗਏ ਸੰਦ ਜਿਹੜੇ, ਅਲੋਪ ਹੋ ਗਏ ਸ਼ਬਦ ਜਿਹੜੇ ਸਾਡੇ ਸੱਭਿਆਚਾਰ ਚੋਂ ਗੁੰਮ ਹੋ ਗਏ ਆ, ਉਹ 10 ਮਿੰਟ ਦਾ 5 ਮਿੰਟ ਸੈਗਮੈਂਟ ਤੋਂ ਕਿਤੇ ਰੱਖ ਲਓ ਸਾਹਿਬ। ਡੈਫੀਨਿਟਲੀ ਵੇਖੋ ਇਹ ਜਿਹੜੇ ਨਾ ਇਹ ਜੋੜੀਆਂ ਕਿਤੇ ਐਵੇਂ ਨਹੀਂ ਬਣਦੀਆਂ, ਇਹਨਾਂ ਦੀ ਕਿਤੇ ਰੂਹਾਂ ਬਣਦੀਆਂ ਹੁਣ ਨਾ, ਫੇਰ ਹੀ ਆ। ਇਹ ਪ੍ਰੋਗਰਾਮ ਅਸੀਂ ਚਲਾ ਚੁੱਕੇ ਹਾਂ ਲੰਬਾ ਸਮਾਂ, ਪ੍ਰੋਗਰਾਮ ਦੇ ਰੰਗਲਾ ਪੰਜਾਬ ਦੇ ਰਾਤ ਨੂੰ। ਜਿਹੜੇ ਸ਼ਬਦ ਗਵਾਚ ਗਏ, ਸ਼ਬਦ ਗੁੰਮ ਹੋ ਗਏ, ਸ਼ਬਦ ਜਿਹੜੇ ਉਹਨਾਂ ਦੇ ਉੱਤੇ ਬਹੁਤ ਵੱਡੀ ਤਾਦਾਦ ਵਿੱਚ ਮੇਰੇ ਕੋਲ ਲਿਖੇ ਵੀ ਪਏ ਨੇ ਕਿ ਇਹ ਵੀ ਸ਼ਬਦ ਗੁੰਮ ਹੋ ਗਿਆ। ਜਿਵੇਂ ਕਿ ਹਲਟ ਸ਼ਬਦ ਆ, ਹਲਟ ਪਤਾ ਨਹੀਂ ਬੱਚਿਆਂ ਨੂੰ, ਹਾਂ ਬੱਚਿਆਂ ਨੂੰ ਹਲਟ ਦਾ ਨਹੀਂ ਪਤਾ। ਸਹੀ ਗੱਲ ਹੈ ਜੀ, ਹਲਟ ਨਹੀਂ ਪਤਾ ਬਹੁਤ। ਹਾਂਜੀ ਆਪਣੀ ਮਤਲਬ ਜੇ ਅਸੀਂ ਹਰ ਚੀਜ਼ ਨੂੰ ਵੇਖੀਏ ਤਾਂ ਮਤਲਬ ਬਹੁਤ ਸਾਰੇ ਸ਼ਬਦ ਮਤਲਬ ਸਾਡੇ ਹਨ ਜਿਹੜੇ ਨਾ ਉਹ ਗਵਾਚ ਗਏ ਨੇ, ਖਾਧੇ ਗਏ ਨੇ। ਇਹਨੂੰ ਸਮਝ ਲਓ ਕਿ ਜਿਹੜੀਆਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਲੁਪਤ ਹੁੰਦੇ ਜਾਂਦੇ ਨੇ ਜਾਂ ਮਰਜ ਹੋ ਗਏ ਨੇ। ਆਪਾਂ ਜ਼ਰੂਰ ਖੇਡਾਂ ਚੱਲ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਸੀ ਪਹਿਲਾਂ, ਉਹਨਾਂ ਖੇਡਾਂ ਦੇ ਨਾਮ ਤੁਸੀਂ ਲਓ ਜੀ ਜ਼ਿੰਮੇਵਾਰੀ। ਆਪਾਂ ਤੁਸੀਂ ਜ਼ਿੰਮੇਵਾਰੀ ਲਓ। ਆਪਾਂ ਜ਼ਰੂਰੀ ਥੋੜੀ ਕਿ ਰਾਜਨੀਤਿਕ ਲੋਕਾਂ ਦੀ ਗੱਲ ਕਰਨੀ ਹੈ, ਆਪਾਂ ਇਹ ਵੀ ਕਰ ਸਕਦੇ ਹਾਂ। ਹਫ਼ਤੇ 'ਚ ਇੱਕ ਦਿਨ ਤੁਸੀਂ ਕਰੋ, ਨੋ ਪ੍ਰੋਬਲਮ। ਇੱਕ ਨਵਾਂ ਸੈਗਮੈਂਟ ਹੋ ਜਾਵੇ ਜ਼ਰੂਰ, ਡੈਫੀਨੇਟਲੀ ਤੁਸੀਂ ਉਹਦੇ ਸੰਚਾਲਕ ਹੋ ਜੀ। ਅੱਜ ਤੋਂ ਹੀ ਤੁਹਾਨੂੰ ਹਰੀ ਝੰਡੀ। ਲਓ ਅਗਲੀ ਕਾਲ ਲੈ ਲਈਏ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਤੁਸੀਂ ਜਿਹੜਾ ਨੀਰੂ ਵਾਲੀ ਤੁਸੀਂ ਸੁਣਾਈ ਹੋਈ ਆ, ਬਹੁਤ ਵਧੀਆ ਉਹ ਆਰਟੀਕਲ ਸੀਗਾ। ਸੁਣਿਆ ਨਾ ਜੀ ਤੁਸੀਂ? ਹਾਂ ਤੁਸੀਂ ਸੁਣਾਇਆ ਸੀ ਪਿੱਛੇ ਜੇ। ਨੀਰੂ ਹੁਣ ਬੰਸਰੀ ਨਹੀਂ ਵਜਾਉਂਦਾ। ਨੀਰੂ ਹੋ ਰਿਹਾ ਹੈ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ। ਇਹ ਸਾਡੇ ਪ੍ਰੋਗਰਾਮ ਦੇ ਵਿੱਚ ਰਾਤ ਦੇ 8 ਤੋਂ 12 ਜਿਹੜੇ ਲਿਸਨਰ ਨੇ, ਸਵੇਰੇ ਬਹੁਤ ਵੱਡੀ ਤਾਦਾਦ ਦੇ ਵਿੱਚ ਹਿਊਜ਼ ਲੱਖਾਂ ਦਰਸ਼ਕ ਸਰੋਤੇ ਜਿਹੜੇ ਨੇ, ਉਹ ਡੈਫੀਨੇਟਲੀ ਸਾਨੂੰ ਰਾਤ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਕੋਲ ਸਮਾਂ ਨਾ ਹੁੰਦਾ ਹੋਵੇ, ਜਿਹੜੇ ਗੱਡੀਆਂ ਚਲਾਉਂਦੇ ਨੇ, ਟਰੱਕ ਚਲਾਉਂਦੇ ਨੇ, ਕੰਮਾਂ 'ਤੇ ਜਾਂਦੇ ਨੇ ਜਾਂ ਹੁੰਦੇ ਨੇ, ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਰਾਤ ਦੇ ਪ੍ਰੋਗਰਾਮ ਦੇ 4 ਘੰਟੇ ਅਸੀਂ ਇਹ ਤੁਹਾਨੂੰ ਆਰਟੀਕਲ ਜਾਂ ਇੱਦਾਂ ਦੇ ਟਾਕ ਸ਼ੋ ਜਿਹੜੇ ਨੇ ਉਹ ਸੁਣਾਉਂਦੇ ਹਾਂ। ਉਹਨਾਂ ਨੂੰ ਲਗਾਤਾਰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਰੱਖਾਂਗੇ। ਹਾਂ ਸਵੇਰੇ 9 ਤੋਂ 10 ਡੈਫੀਨੇਟਲੀ ਜੇ ਫਿਲਹਾਲ ਮੈਨੂੰ ਰਾਤ ਨੂੰ 12 ਵਜੇ ਤੱਕ ਕਰਨਾ ਪੈਂਦਾ ਹੈ ਤੇ ਅਰਸ਼ ਕਰਿਆ ਕਰਨਗੇ। ਉਦੋਂ ਬਾਅਦ ਮੈਂ ਤੁਹਾਡੀ ਸੇਵਾ ਦੇ ਵਿੱਚ 10 ਤੋਂ 12 ਕਰਿਆ ਕਰਾਂਗਾ ਆਪਣੀ ਇੰਟਾਇਰ ਟੀਮ ਦੇ ਨਾਲ। ਪਰੰਤੂ ਡੈਫੀਨੇਟਲੀ ਇੰਨਾ ਭਾਰ ਸਾਡੇ ਮੋਢਿਆਂ ਤੇ ਜਿਹੜਾ ਹੈ ਕਿ ਉਹਨੂੰ ਰਨ ਕਰਨਾ 7 ਘੰਟੇ ਦੇ ਪ੍ਰੋਗਰਾਮ ਨੂੰ, ਉਹਦੀ ਤਿਆਰੀ ਕਰਨੀ ਸਾਡੇ ਲਈ ਥੋੜ੍ਹੀ ਜਿਹੀ ਔਖੀ ਹੋਵੇਗੀ। ਪਰ ਇਸ ਡੈਫੀਨੇਟਲੀ ਰਾਤ ਨੂੰ ਥੋੜ੍ਹਾ ਜਿਹਾ ਸਮਾਂ ਘਟਾਵਾਂਗੇ। ਕਿਸੇ ਵੀਰ ਨੇ ਸ਼ੁਰੂ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ, ਰਲ ਕੇ ਚੱਲ ਸਕਦਾ। 4167167794 ਕੀਤਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।